ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਸਾਹਿਬ ਜੀ ਸਾਲਾਹੀ ਸਾਲਾਹੈ ਏਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਹਾ ਪਵੈ ਸਮੁੰਦ ਨਾ ਜਾਣੀਐ। ਨਦੀਆਂ ਅਤੈ ਵਹਾ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਜੁੜ ਬੈਠ ਕੇ ਅੰਮ੍ਰਿਤ ਵੇਲੇ ਦੇ ਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਪੀਣਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰਨੀ ਹੈ। ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਅਸੀਮ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਸਭ ਤੋਂ ਪਹਿਲੀ ਬਾਣੀ ਹੈ। ਨਿਤਨੇਮ ਦੀਆਂ ਬਾਣੀਆਂ ਵਿੱਚੋਂ ਸਭ ਤੋਂ ਪਹਿਲੀ ਬਾਣੀ ਹੈ ਔਰ ਨਿਤਾ ਪ੍ਰਤੀ ਪੜ੍ਹੀ ਜਾਣ ਵਾਲੀ ਸਿੱਖ ਜਗਤ ਦੇ ਅੰਦਰ ਸਭ ਤੋਂ ਵੱਧ ਜੇ ਵੇਖਿਆ ਜਾਏ ਤਾਂ ਜਪਜੀ ਸਾਹਿਬ ਦੀ ਬਾਣੀ ਹੈ। ਅਸੀਂ ਕਈ ਵਾਰੀ ਘਰਾਂ ਵਿੱਚ ਜਦੋਂ ਇਸ ਬਾਣੀ ਦਾ ਪਾਠ ਆਰੰਭ ਕਰਦੇ ਹਾਂ, ਇਸ਼ਨਾਨ ਪਾਣੀ ਕਰਦਿਆਂ ਕਰਦਿਆਂ ਕਈ ਵਾਰੀ ਅਸੀਂ ਅੰਤਮ ਸ਼ਲੋਕ 'ਤੇ ਪਹੁੰਚ ਜਾਂਦੇ ਹਾਂ। ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਚੁੱਕੇ ਹਾਂ। ਪਰ ਜੇ ਸਹਿਜ ਦੇ ਨਾਲ ਪੜ੍ਹੀਏ, ਬਾਣੀ ਦੇ ਅਰਥ ਬੋਧ ਸਾਨੂੰ ਪਤਾ ਹੋਣ, ਅਤੇ ਇਸ ਬਾਣੀ ਦਾ ਜਿੱਥੇ ਪਾਠ ਕਰਨ ਦਾ ਸਾਨੂੰ ਆਨੰਦ ਆਏਗਾ ਉੱਥੇ ਸਮਝ ਵੀ ਆ ਸਕੇਗੀ। ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਵੀ ਕਿਹਾ ਜਾਂਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਹੈ ਤਾਂ ਜਪਜੀ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਅਤ ਜ਼ਰੂਰੀ ਹੈ। ਇਸ ਲਈ ਆਓ ਇਸ ਲੜੀ ਦੇ ਅੰਦਰ ਜਿੱਥੇ ਆਪਾਂ 22 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ, ਅੱਜ ਜਿਸ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਹ 23ਵੀਂ ਪੌੜੀ ਹੈ। ਇੱਕ ਲੜੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਵਿਚਾਰ ਬਖਸ਼ਿਸ਼ ਕੀਤੀ ਹੈ ਕਿ ਕਿਵੇਂ ਆਪਾਂ ਸੱਚ ਤੱਕ ਪਹੁੰਚਣਾ ਹੈ, ਸਚਿਆਰ ਬਣਨਾ ਹੈ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸਦੇ ਹੁਕਮ ਦੇ ਅਧੀਨ ਆਪਣੀ ਜ਼ਿੰਦਗੀ ਨੂੰ ਕਰ ਲੈਣ ਦੇ ਨਾਲ ਹੀ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ, ਸਚਿਆਰ ਬਣਿਆ ਜਾ ਸਕਦਾ ਹੈ। ਲੇਕਿਨ ਹੁਕਮ ਦੀ ਸਮਝ ਕਿਵੇਂ ਆਵੇ, ਇਸ ਦੇ ਲਈ ਗੁਰੂ ਸਾਹਿਬ ਕਹਿੰਦੇ ਤੂੰ ਜਪ ਕਰ। ਇਸ ਲਈ ਇਸ ਬਾਣੀ ਦਾ ਸਿਰਲੇਖ ਹੀ ਜਪ ਹੈ। ਜਿਉਂ-ਜਿਉਂ ਜਪ ਕਰਾਂਗੇ ਹੁਕਮ ਦੀ ਥੋੜ੍ਹੀ ਬਹੁਤ ਸਾਨੂੰ ਸਮਝ ਆਏਗੀ, ਸੋਝੀ ਆਏਗੀ। ਹੁਕਮ ਦੇ ਅਧੀਨ ਜੀਵਨ ਨੂੰ ਕੀਤਿਆਂ ਫਿਰ ਸੱਚ ਤੱਕ ਪਹੁੰਚ ਜਾਵਾਂਗੇ। ਇਹ ਨਿਚੋੜ ਹੈ ਇਸ ਬਾਣੀ ਦਾ। ਤਾਂ ਪੌੜੀ ਦਰ ਪੌੜੀ ਗੁਰੂ ਸਾਹਿਬ ਸਾਨੂੰ ਇਸ ਉੱਚੀ ਆਤਮਿਕ ਸਿਖਰਤਾ ਤੱਕ ਲੈ ਜਾਣ ਦੇ ਲਈ ਸੇਧ ਬਖਸ਼ਿਸ਼ ਕਰਦੇ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਖਰੀ ਅਰਥਾਂ ਦੇ ਨਾਲ ਜੁੜਦੇ ਹਾਂ। ਸਾਲਾਹੀ ਸਾਲਾਹੈ, ਸਾਲਾਹੈ ਬਿੰਦੀ ਲਾ ਕੇ ਪੜ੍ਹਨਾ ਹੈ। ਸਾਲਾਹੀ ਸਲਾਹੁਣ ਜੋਗ ਪਰਮਾਤਮਾ।
ਸਾਲਾਹ उसकी सिफ़त सलाह करन वाले, उसकी सलाहता करन वाले। एती सुरत ना पाईया नदियाँ अतै वाह, पवैं समुंद ना जानिए। नदियाँ अतै वाह, वाह होंदे ने वाहड़े छोटे नाले, जिवें आपां देखदे हां अजकल बरसात है, छोटे छोटे नाले जिहड़े ने वहिंदे है। कई वारी नालियां दा अपनी उन्हां दी बनतर नहीं हुंदी, पर क्योंकि बहाव हुंदा पानी दा, और नालियां राहीं अपना पानी जिहड़ा रुख बना लैंदा है। ते ओह नदियां ते वाहड़े जां छोटे नाले जदों समुंदर दे विच मिल जांदे है, किसी विशाल दरिया विच मिल जांदे है, ते फिर उन्हां दा कोई वखरा वजूद नहीं रहिंदा। उस दरिया दा ही, उस सागर दा ही, उस विशाल समुंदर दा ही हिस्सा बन जांदे है। फिर कोई दस नहीं सकदा बई किहड़ी नदी दा पानी है, किहड़े नाले दे विचों आया है, या कित्थों बह के आया। वो जदों समुंदर दे विच मिल जाता है, उसका ही रूप हो जाता है। उस विशाल समुंदर का, सागर का, दरिया का रूप हो जाता है। कहते इस तरह ही उस सलाहुण जोग परमात्मा की जिहड़े सिफत सलाह करते हैं, वो भी उस विशाल समुंदर की न्यायी परमात्मा जिहड़ा विशाल है, असीम है, बेअंत है, उसका ही रूप हो जाते हैं। उसकी सिफत सलाह करदियां करदियां उसका ही रूप हो जाते हैं, उस नाल इकमिक हो जाते हैं, उसदे विच लीनता हासिल कर लेंदे है। फिर कोई अंतर नहीं रहिंदा। कहते जिवें नदियां ते नाले विशाल समुंदर विच समा के उसका रूप हो जाते हैं, फिर कोई वखरेवा नहीं रहिंदा, उन्हां दा वखरी होंद नहीं रहिंदी, वखरा वजूद नहीं रहिंदा, उसका ही रूप हो जाते हैं। इस तरह उस सिफत सलाह जिहड़ा परमात्मा है, बेअंत है, असीम है, सलाहुण जोग परमात्मा, उसकी सिफत सलाह करन वाले उसका ही रूप हो जाते हैं। उसका नाम जपद्यां जपद्यां, बाणी पढ़द्यां पढ़द्यां, उसकी विचार करद्यां करद्यां उसदे नाल ऐसी इकमिकता हासिल कर लैंदे है कि फिर अंतर कोई नहीं रहिंदा, कोई वखरेवा नहीं रहिंदा। उन्हां दा अपना वजूद खत्म हो जाता है। जिहड़ी सिफत सलाह करते हैं तो उस सच्चे विच लीन हो जाते हैं। समुंद शाह सुल्तान गिरहां सेती माल धन। गिरहा हुंदा पहाड़। कीड़ी तुलना होवनी जे तिस मनो ना विसरै। समुंद शाह सुल्तान कहते वो सुल्तान राजे जिन्हां दा बड़ा विशाल किसी समुंदर की न्यायी राज भाग होवे, बहुत वड्डा राज भाग होवे, ते उन्हां दे खजाने पहाड़ां जिहड़े धन पदार्थां दे नाल भरे होण, भाव उन्हां दे खजानिਆਂ ਦੇ ਵਿੱਚ ਬੇਅੰਤ ਮਾਲ ਹੋਵੇ, ਧਨ ਪਦਾਰਥ ਹੋਣ, उन्हां दे कोल बहुत वड्डा राज भाग होवे। लेकिन कीड़ी तुल ना होवनी जे तिस मनो ना विसरै। कहते वो उस कीड़ी दे न्याय भी नहीं ने जिस दे अंदरों परमात्मा नहीं विसरदा। भाव कोई ऐसा मनुख जिसकी समर्था दुनियावी तल ते बहुत वड्डी नहीं है, एक कीड़ी दे न्यायी है, जिसनों कहते बई की है जी इस कोल, छड्डो इस कोल तो कुछ भी नहीं है, इस कोल खाना पीना नहीं जुड़दा, इस कोल कुछ नहीं है। कहते कोई ऐसा मनुख संसार के अंदर विचरदियां जिसका दुनियावी नज़र दे विच लोकां दे विच बहुत मान सत्कार ना होवे, कोई उन्हां कोल राज भाग ना होवे, कोई दुनियावी धन पदार्थ ना होण, समर्था बहुत घट होवे। कहते वो जिहड़े बड़े बड़े राज भाग करन वाले, जिन्हां दे खजानिਆਂ ਦੇ ਵਿੱਚ बेअंत धन पदार्थ भरे होण, माया दे अंबार लगे होण, कहते उस छोटी जी माड़ी जी निक्की जी समर्था रखण वाले मनुख दे बराबर नहीं हैं जे वो परमात्मा का नाम जपदा है। भाव बड़े बड़े राज भाग करन वाले भी जे उन्होंने परमात्मा विसरिया होया है तो उस छोटे जे समर्था रखण वाले मनुख की बराबरी नहीं कर सकते जिहड़ा परमात्मा के नाम के नाल जुड़िया होया। भाव परमात्मा का नाम इतना वड्डा है, उसका नामना इतना वड्डा है कि उसका नाम जपण वाला दुनियावी तल ते भावें कोई बहुती समर्था नहीं रखता, पर प्रभु नज़र दे विच वो प्रवान है। लेकिन वो बड़े बड़े राज भाग करन वाले दुनिया के खजानिਆਂ के मालक होने के बावजूद भी उन्हां दी कोई पाया नहीं, उन्हां दी कोई समर्था नहीं, उन्हां दी प्रभु नज़र दे विच कोई कबूलता नहीं जे उन्होंने परमात्मा नूं विसारिया हो। इस तो यह भाव नहीं कि जिहड़े कोई अमीर ने जां जिन्हां कोल खजाने ने जां जिन्हां कोल दुनिया के धन पदार्थ ने उन्हां दी प्रवानगी नहीं, ऐसा नहीं है। जे वो परमात्मा तो दूर ने, परमात्मा नूं उन्होंने विसारिया होया है, तो
तो फिर उन्हां दी पाया उन्हां दी समर्था कुछ नहीं। फिर वो उस मनुख दे बराबर भी नहीं जिहड़ा भावें झोंपड़ी विच रहिंदा है, किसी छण दे विच रहिंदा है, जिसका मकान बहुत वड्डा नहीं, कच्चा मकान है, खाण पीण पहनना बहुत वधिया नहीं है, कहंदे उस मनुख की बराबरी नहीं कर सकते जे वो छोटी या नीवी या छोटी जी समर्था रखने वाला परमात्मा के नाम के नाल जुड़िया है। क्यों? पहला नुकता है नदियां ते वाह पवें समुंद ना जाणीए, कि छोटे छोटे नदी नाले जिमें किसी विशाल समुंदर दे विच समा जाते हैं ना, उसका रूप हो जाते हैं। इस तरह परमात्मा की सिफत सलाह करने वाले भी उसकी सिफत सलाह करदियां करदियां उस दे विच लीनता हासिल कर लैंदे। फिर उन्हां दे विच ते परमात्मा दे विच वो सलाहुणयोग परमात्मा ते सिफत सलाह करने वालियां दे विच अंतर कोई नहीं रहिंदा। ये एक नुकता है। तो दूजा नुकता है कीड़ी तुलना होवनी जे तिस मनो ना विसरें, कि वो परमात्मा जिहड़ा विशाल है, असीम है, जे कोई थोड़ी जी समर्था रखने वाला मनुख उस दे नाल जुड़िया होया है तो विशाल राज भाग करने वाले भी मनुख उसकी बराबरी नहीं कर सकते। ये दो नुकते ने अज की इस पावन पौड़ी विच। पिछली पौड़ी की आपां विचार कीती सी, गुरु साहब ने जिक्र किया सी इस असीम रचना जिहड़ी जगत की रचना है, विशाल है, बहुत बेअंत है, तो उस रचना दे नाल कई बारी बंदा जुड़ जाता है, उसकी गिणती मिणती के चक्करां विच पै जाता है, परमात्मा की सिफत सलाह एक पासे रह जाती है, उस गिणती मिणती के चक्कर दे विच अपने जीवन का ये समा जिहड़ा दुर्लभ है उन्होंने व्यर्थ ही गवा के संसार तो कूच कर जाते हैं। लेकिन गुरु साहब ने कहा सी कि वो परमात्मा किसी लेखे जोखे विच नहीं है। साडे लई ये सब तो उत्तम कारज संसार दे विच आके ये है कि असीं उसकी गिणती मिणती करना छड्ड दईए। जिवें आपां भी कई बार कहते मैं इतने सुखमणी साहब के पाठ कर ले, मैं इतने जपजी साहब के पाठ कर ले, मैं हर साल अखंड पाठ रखाउंदा, उस दे नाल जीवन नहीं बदलना। रखाउणा करना चंगी गल है, पर गुरु साहब कहते हैं कि करदियां करदियां अंदर वस जाए, जीवन दे विच अपना लईए तो फिर जीवन बदल जाए तो तां लाभ है। गिणती मिणती उस परमात्मा की नहीं कर सकांगे, जिवें उस परमात्मा की गिणती मिणती नहीं, उसकी रचना की गिणती मिणती नहीं, तो ये बाणी उस परमात्मा तो आई है। इसनूं गिणती मिणती दे नाल करन दे नाल किवें असीं परमात्मा तक पहुँच सकते? नहीं पहुँच सकते, वो असीम है। इसलिए मैं पिछली बार ये जिक्र किया सी ना, असीं जपजी साहब हर वार पढ़ते हैं, हर ऐतवार नूं विचार होंदी है, हर रोज़ असीं घर दे विच असीं पढ़ते हैं। कदी थके हाँ भाई जपजी साहब तो नहीं, हुण अक गए असीं। शब्द तुसीं सुणदे हो, 10 मिनटां बाद मुड़ के वही शब्द कई बारी असीं सुणदे हैं, कदी अकदे नहीं, थकदे नहीं, क्योंकि वो इनफिनिट है। इसलिए उस परमात्मा नूं आपां कहीए बई 10 बार जपजी साहब का पाठ किया तो मैं परमात्मा नूं पा लिया, इस तरह नहीं है। ये इनफिनिट है, बाणी भी इनफिनिट है, क्योंकि इनफिनिट तो आई है तो इसनूं बार बार जपना, जपद्यां जपद्यां जीवन च अपना लैना तो उस सच तक पहुँच जाना, ये मनोरथ है साडा। तो गुरु साहब ने फिर अज की पौड़ी दे विच उस लड़ी नूं जारी करदिआं कहा कि जिहड़े उस सलाहुणयोग परमात्मा की सिफत सलाह करते रहंदे हैं, उस दे नाल जुड़ जाते हैं, हर वेले उसका नाम जपते हैं, वो उन्हां नदियां ते नालियां की तरह जिहड़ी विशाल समुंदर भी समा के उसका रूप हो जाते हैं जांदियां हन। इस तरह वो परमात्मा जपन वाले नूं भी जिहड़ा जपदा है उसका रूप हो जाता, फिर अंतर कोई नहीं रहिंदा, क्योंकि वो परमात्मा है अंशी, उसने साडे अंदर अपनी अंश टिकाई हुई है, तो ये अंश ने उस अंशी तक मिलना है। इस बूंद ने उस शोह सागर दे नाल मिलना है, वो बेअंत है शोह सागर। साडी आत्मा ने परमात्मा दे विच लीन होना है, तो लेकिन लीन किवें होवांगे? जिवें आपां देखदे ना, नदियां ते वाह पवें समुंद ना जाणीए, इसनूं समझण दे लोड़ है, तां असीं उस अंश ते अंशी दी गल समझ सकांगे। असीं वेखदे ना अजकल बरसात का मौसम है, हवावां तेज़ चलदियां, मॉनसून असीं मॉनसून की गल करते हैं, ये साउथ वाले पासों मॉनसून चलता है, केरला तो पासों इस पासे हिंद महासागर अरब सागर तो हवावां चलदियां जदों ते समुंदर तो ये पानी नाल लहरां उठदियां ते हिमालय पर्वत नाल टकराउंदियां ते मींह पैंदा है। ये मींह जदों पैंदा है, अज भी आपां देखदे हां मींह पै रिहा है, बरसात का मौसम है, ये बनस्पति राहीं यही मींह धरती दे विच धसदा है, या इन्हां नदी नालियां राहीं बहिंदा 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 किते विशाल समुंदर दे विच किसी दरिया दे विच जाके मिल जाता है। इस तरह का एक सर्कल है जो परमात्मा ने बनाया। फिर हवावां चलदियां, फिर उन्हां हवावां दे नाल
ਉਹ ਪਾਣੀ ਨਾਲ ਲੈ ਕੇ ਲਹਿਰਾਂ ਨੂੰ ਚਲਦੀਆਂ ਤੇ ਫਿਰ ਟਕਰਾਉਂਦੀਆਂ ਪਹਾੜਾਂ ਦੇ ਨਾਲ ਤੇ ਮੀਂਹ ਵਰਸਦਾ। ਬਸ ਇਸ ਤਰ੍ਹਾਂ ਦਾ ਇਹ ਸਰਕਲ ਹੈ। ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਨੇ ਜਿਹੜਾ ਇਹ ਮਨੁੱਖੀ ਜੀਵ ਰਚਨਾ ਕੀਤੀ ਹੈ ਨਾ, ਇਹ ਵੀ ਇਸੇ ਤਰ੍ਹਾਂ ਹੀ ਹੈ। ਸਾਡੇ ਅੰਦਰ ਵੀ ਮਾਨੋ ਅਸੀਂ ਉਸ ਛੋਟੇ ਇਸ ਨਦੀ ਨਾਲੇ ਦੀ ਨਿਆਈ ਹਾਂ। ਉਹ ਪਰਮਾਤਮਾ ਹੈ ਵਿਸ਼ਾਲ, ਇੱਕ ਵਿਸ਼ਾਲ ਸਮੁੰਦਰ ਹੈ, ਸਾਗਰ ਹੈ। ਤੇ ਜਿਵੇਂ ਉਹ ਹਵਾਵਾਂ ਚਲਦੀਆਂ ਨਾਲ ਪਾਣੀ ਲੈ ਕੇ ਆਉਂਦੀਆਂ, ਟਕਰਾਉਂਦੀਆਂ, ਮੀਂਹ ਵਰਸਦਾ, ਬਨਸਪਤੀ ਰਾਹੀਂ, ਨਾਲਿਆਂ ਰਾਹੀਂ ਵਿਸ਼ਾਲ ਸਮੁੰਦਰ ਵੀ ਚਲ ਜਾ ਕੇ ਮਿਲ ਜਾਂਦਾ, ਉਸ ਦਾ ਰੂਪ ਹੋ ਜਾਂਦਾ, ਫਿਰ ਹਵਾਵਾਂ ਚਲਦੀਆਂ। ਬਸ ਇਸੇ ਤਰ੍ਹਾਂ ਦੀ ਇੱਕ ਲੜੀ ਚੱਲ ਰਹੀ ਹੈ। ਨਦੀਆਂ ਅਤੇ ਵਾਹ, ਕਹਿੰਦੇ ਬਸ ਪਰਮਾਤਮਾ ਹੈ ਅੰਸ਼ੀ ਤੇ ਸਾਡੀ ਹੈ ਅੰਸ਼, ਤੇ ਅਸੀਂ ਉਸ ਦੇ ਵਿੱਚੋਂ ਨਿਕਲੇ ਹੋਏ ਹਾਂ। ਲੇਕਿਨ ਉਸ ਜਿਵੇਂ ਨਦੀ ਤੇ ਨਾਲੇ ਦੇ ਅੰਦਰ ਇੱਕ ਤਾਂਘ ਹੈ ਕਿ ਉਸਨੇ ਸ਼ੋ ਸਾਗਰ ਦੇ ਵਿੱਚ ਮਿਲਣਾ, ਵਿਸ਼ਾਲ ਸਾਗਰ ਦੇ ਵਿੱਚ ਮਿਲਣਾ। ਸਾਡੀ ਇਹ ਅੰਸ਼ ਉਸ ਅੰਸ਼ੀ ਵਿੱਚ ਤਾਂ ਮਿਲੇਗੀ ਜੇ ਸਾਡੇ ਅੰਦਰ ਵੀ ਉਹ ਤਾਂਘ ਹੋਵੇ, ਉਹ ਤਾਂਘ ਅੰਦਰ ਪੈਦਾ ਹੋਵੇ। ਤਾਂਘ ਪੈਦਾ ਕੌਣ ਕਰਦਾ ਹੈ? ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਾਂ। ਗੁਰੂ ਇੱਕ ਸਤਸੰਗਤ ਬਖਸ਼ਦਾ। ਸਤਸੰਗਤ ਵਿੱਚ ਜਦੋਂ ਅਸੀਂ ਬੈਠਦੇ ਹਾਂ, ਨਾਮ ਦੀ ਗੱਲ ਸੁਣਦੇ ਹਾਂ, ਬਾਣੀ ਦੀ ਗੱਲ ਸੁਣਦੇ ਹਾਂ, ਵਿਚਾਰ ਸੁਣਦੇ ਹਾਂ, ਤੇ ਅੰਦਰ ਇੱਕ ਤਾਂਘ ਪੈਦਾ ਹੁੰਦੀ ਹੈ ਕਿ ਨਹੀਂ, ਇਸ ਜਿਹੜੀ ਅੰਸ਼ ਹੈ ਨਾ ਸਾਡੀ, ਇਸ ਦੇ ਅੰਦਰ ਤਾਂਘ ਤਾਂ ਹਰ ਵੇਲੇ ਹੈ, ਕਿਉਂਕਿ ਇਹ ਇਸ ਦਾ ਅਸਲਾ ਕੁਝ ਹੋਰ ਹੈ। ਇਸ ਦਾ ਅਸਲਾ ਸੰਸਾਰ ਨਹੀਂ, ਇਸ ਦਾ ਅਸਲਾ ਹੈ, ਇਸ ਦਾ ਮੂਲ ਹੈ ਪਰਮਾਤਮਾ। ਉਹ ਅੰਸ਼ੀ ਹੈ, ਇਸ ਦਾ ਮੂਲ। ਉਸ ਨਾਲ ਮਿਲਣ ਦੀ ਤਾਂਘ ਤੇ ਹਰ ਵੇਲੇ ਹੈ। ਕਈ ਵਾਰੀ ਆਪਾਂ ਕਿਸੇ ਬੈਰਾਗ ਦੇ ਵਿੱਚ ਬੈਠੇ ਹੋਈਏ, ਫਰਜ਼ ਕਰੋ ਸਾਡੇ ਘਰ ਦਾ ਕੋਈ ਜੀ ਚੜ੍ਹਾਈ ਕਰ ਜਾਂਦਾ ਹੈ, ਜਾਂ ਅਸੀਂ ਕਿਤੇ ਸੰਸਾਰਿਕ ਤਲ 'ਤੇ ਕਿਸੇ ਐਸੇ ਮਾਹੌਲ ਦੇ ਵਿੱਚ ਹਾਂ ਜਿੱਥੇ ਕਿਤੇ ਸਾਨੂੰ ਕੋਈ ਥੋੜ੍ਹਾ ਜਿਹਾ ਦੁੱਖ ਮਹਿਸੂਸ ਹੁੰਦਾ ਹੈ। ਫਿਰ ਦੇਖੋ ਇੱਕ ਤਾਂਘ ਅੰਦਰ ਤੜਪ ਉੱਠਦੀ ਹੈ ਕਿ ਨਹੀਂ, ਸੱਚੇ ਪਾਤਸ਼ਾਹ ਤੂੰ ਹੀ ਕਿਰਪਾ ਕਰ ਤੇ ਮੈਂ ਇਹ ਦੁੱਖਾਂ ਨੂੰ ਬਰਦਾਸ਼ਤ ਕਰ ਸਕਦਾ। ਤੂੰ ਹੀ ਕਿਰਪਾ ਕਰ ਤੇ ਮੇਰੇ ਉੱਪਰ ਇਹ ਜਿਹੜੀ ਭੀੜਾ ਬਣੀ ਹੈ, ਤੇ ਮੈਂ ਇਸ ਭੀੜਾ ਦੇ ਵਿੱਚੋਂ, ਇਸ ਔਕੜ ਦੇ ਵਿੱਚੋਂ ਨਿਕਲ ਸਕਦਾ। ਕਿਤੇ ਨਾ ਕਿਤੇ ਸਾਡੇ ਅੰਦਰ ਉਹ ਖਿਆਲ ਹੁੰਦਾ। ਕਿਉਂਕਿ ਜਿਹੜੀ ਉਹ ਅੰਸ਼ ਹੈ ਉਹ ਉਸ ਅੰਸ਼ੀ ਤੋਂ ਆਈ ਹੋਈ ਹੈ। ਉਸ ਦੀ ਪਿਆਸ ਜਿਹੜੀ ਹੈ ਬਾਹਰਲੇ ਸੰਸਾਰ ਦੇ ਨਾਲ ਨਹੀਂ ਬੁਝ ਸਕਦੀ। ਅਸੀਂ ਮਾਇਆ ਇਕੱਤਰ ਕਰ ਲਈਏ, ਜਿਤਨੇ ਮਰਜ਼ੀ ਮਕਾਨ ਬਣਾ ਲਈਏ, ਧਨ ਪਦਾਰਥ ਇਕੱਤਰ ਕਰ ਲਈਏ, ਅਸੀਂ ਗਹਿਣੇ ਗੱਟੇ ਪਾ ਲਈਏ, ਕੱਪੜੇ ਪਾ ਲਈਏ, ਕਦੀ ਮਨੁੱਖ ਦੀ ਪਿਆਸ ਬੁਝ ਨਹੀਂ ਸਕਦੀ, ਕਿਉਂਕਿ ਉਸ ਦਾ ਮੂਲ ਅੰਸ਼ ਦਾ ਕੁਝ ਹੋਰ ਹੈ। ਅਸੀਂ ਕਿਸੇ ਹੋਰ ਪਾਸੇ ਜਾ ਰਹੇ ਹਾਂ। ਅੰਸ਼ ਦਾ ਮੂਲ ਹੈ ਪਰਮਾਤਮਾ। ਜਦੋਂ ਉਸਨੇ ਆਪਣੇ ਮੂਲ ਅੰਸ਼ੀ ਨਾਲ ਮਿਲਣਾ ਹੈ ਤਾਂ ਉਸ ਦੀ ਪਿਆਸ ਬੁਝਣੀ ਹੈ। ਲੇਕਿਨ ਅਸੀਂ ਸੰਸਾਰ ਦੀ ਇਸ ਘੇਰੇ ਵਿੱਚ ਫਸ ਜਾਂਦੇ ਹਾਂ। ਹੁਣ ਅੰਸ਼ ਦੇ ਅੰਦਰ ਤਾਂਘ ਤੇ ਹੈ, ਸੰਸਾਰ ਦੇ ਰੋਲ ਘਚੋਲੇ ਵਿੱਚ ਦਬ ਜਾਂਦੀ ਹੈ। ਜਦੋਂ ਰੋਲ ਘਚੋਲੇ ਵਿੱਚ ਅਸੀਂ ਫਸ ਜਾਂਦੇ ਹਾਂ ਤੇ ਉਹ ਅੰਸ਼ ਦੀ ਜਿਹੜੀ ਤੜਪ ਹੈ ਉਹ ਸੰਸਾਰ ਦੇ ਇਸ ਰੋਲ ਘਚੋਲੇ ਵਿੱਚ ਦਬ ਜਾਂਦੀ, ਸਾਨੂੰ ਪਤਾ ਨਹੀਂ ਲੱਗਦਾ। ਲੇਕਿਨ ਜਦੋਂ ਕਿਧਰੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤੇ ਗੁਰੂ ਸਤਸੰਗਤ ਬਖਸ਼ ਕੇ ਉਸ ਤਾਂਘ ਨੂੰ ਪੈਦਾ ਕਰਦਾ, ਸਾਡੇ ਅੰਦਰ ਜਗਾਉਂਦਾ। ਕਿਉਂਕਿ ਮੈਂ ਪਹਿਲਾਂ ਕਿਹਾ ਸੀ ਬਾਣੀ ਪਰਮਾਤਮਾ ਤੋਂ ਆਈ ਹੈ, ਇਨਫਿਨਿਟ ਤੋਂ ਆਈ ਹੈ, ਉਸ ਅੰਸ਼ੀ ਤੋਂ ਆਈ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਉੱਥੋਂ ਬਾਣੀ ਆਈ ਹੈ। ਤੇ ਜਦੋਂ ਬਾਣੀ ਦੇ ਨਾਲ ਜੁੜਦੇ ਹਾਂ ਤੇ ਇਸ ਅੰਸ਼ ਦੀ ਪਿਆਸ ਅੰਦਰ ਬੁਝਣਾ ਸ਼ੁਰੂ ਹੋ ਜਾਂਦੀ, ਕਿਉਂਕਿ ਇਹ ਬਾਣੀ ਸਾਨੂੰ ਅੰਸ਼ੀ ਤੱਕ ਲੈ ਜਾਂਦੀ ਹੈ। ਇਸ ਲਈ ਗੁਰੂ ਸਾਹਿਬ ਇਸ ਦਾ ਜ਼ਿਕਰ ਕਰਦੇ ਹੈ ਭਗਤ ਕਬੀਰ ਸਾਹਿਬ ਦੇ ਪਾਵਨ ਬਚਨਾਂ ਰਾਹੀਂ। ਭਗਤ ਕਬੀਰ ਸਾਹਿਬ ਇਸ ਤਾਂਘ ਦੀ ਜ਼ਿਕਰ, ਇਸ ਦਾ ਇੱਕ ਵੇਰਵਾ ਦਿੰਦੇ ਸਾਨੂੰ ਬਾਣੀ ਦੇ ਅੰਦਰ ਕਿ ਤਾਂਘ ਕਿਸ ਤਰ੍ਹਾਂ ਪੈਦਾ ਹੁੰਦੀ ਹੈ। ਕਹਿੰਦੇ ਮੇਰੇ ਅੰਦਰ ਹੁਣ ਤਾਂਘ ਪੈਦਾ ਹੋਈ ਤੇ ਮੈਂ ਬਸ ਉਸ ਪਰਮਾਤਮਾ ਦੇ ਨਾਲ ਜੁੜਿਆ, ਹੁਣ ਅੰਤਰ ਹੀ ਕੋਈ ਨਹੀਂ ਰਿਹਾ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉਠੀ ਅਦਕਾਏ। ਮਾਧੋ ਜਲ ਕੀ ਪਿਆਸ ਨਾ ਜਾਏ। ਅਸੀਂ ਕਈ ਵਾਰੀ ਪਿਆਸ ਲੱਗੀ ਹੋਵੇ ਨਾ, ਅਸੀਂ ਪਾਣੀ ਪੀਂਦੇ ਹਾਂ, ਲੇਕਿਨ ਬਹੁਤੀ ਪਿਆਸ ਲੱਗੇ ਹੋਵੇ ਤੇ 2-3 ਗਲਾਸ ਪਾਣੀ ਵੀ ਪੀ ਜਾਂਦੇ ਹਾਂ ਅਸੀਂ। ਕਹਿੰਦੇ ਨਹੀਂ ਜੀ ਹਲੇ ਪਿਆਸ ਬੁਝੀ ਨਹੀਂ, ਇੱਕ ਗਲਾਸ ਹੋਰ ਦਿਓ, ਇੱਕ ਗਲਾਸ ਹੋਰ ਦਿਓ। ਕਹਿੰਦੇ ਬਸ ਇਸੇ ਤਰ੍ਹਾਂ ਹੀ ਕਹਿੰਦੇ ਮੈਂ ਜਦੋਂ ਉਸ ਪਰਮਾਤਮਾ ਦਾ ਨਾਮ ਰੂਪੀ ਜਲ ਪੀ ਰਿਹਾ, ਭਾਵ ਜਿਉਂ-ਜਿਉਂ ਨਾਮ ਜਪਦਾ ਪਿਆ, ਮਾਧੋ ਜਲ ਕੀ ਪਿਆਸ ਨਾ ਜਾਏ। ਇਹ ਜਲ ਤੇ ਪੀ ਰਿਹਾ ਮੈਂ, ਲੇਕਿਨ ਮੇਰੀ ਪਿਆਸ ਬੁਝਦੀ ਨਹੀਂ, ਹੋਰ ਪਿਆਸ ਲੱਗਣਾ ਸ਼ੁਰੂ ਹੋ ਜਾਂਦੀ। ਕਿਹੜੀ ਪਿਆਸ? ਕਿਹੜੀ ਪਿਆਸ? ਦੇਖੋ ਪਿਆਸ ਜਿਹੜੀ ਹੈ ਉਹ ਹੈ ਇੱਕੋ ਹੀ, ਦੋਵੇਂ ਪੱਧਰ 'ਤੇ ਇੱਕੋ ਹੀ ਹੈ। ਸੰਸਾਰ ਦੇ ਨਾਲ ਜੁੜਾਂਗੇ, ਸੰਸਾਰ ਦੀ ਪਿਆਸ ਕਦੀ ਨਹੀਂ ਮੁੱਕਣੀ। ਇਸੇ ਤਰ੍ਹਾਂ ਜੇ ਅਸੀਂ ਪਰਮਾਰਥ ਦੇ ਮਾਰਗ 'ਤੇ ਤੁਰਾਂਗੇ, ਜਿਹੜਾ ਨਾਮ ਦੇ ਨਾਲ ਜੁੜ ਜਾਂਦਾ ਨਾ, ਉਸ ਦੀ ਵੀ ਨਾਮ ਦੀ ਪਿਆਸ ਕਦੀ ਨਹੀਂ ਬੁਝਦੀ, ਕਦੀ ਨਹੀਂ ਬੁਝੇਗੀ। ਉਹ ਕਹੇਗਾ ਨਹੀਂ ਮੈਂ ਹਾਲੇ ਕੁਝ ਨਹੀਂ ਹਾਂ, ਕਿਉਂਕਿ ਆਪਣਾ ਵਜੂਦ ਖੋ ਬੈਠਦਾ।
ਆਪਣੀ ਹੋਂਦ ਗਵਾ ਬੈਠਦਾ ਹੈ। ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਹੁਣ ਅਸਲ ਦੇ ਵਿੱਚ ਕੋਈ ਸਹੀ ਮਾਇਨੇ ਦੇ ਵਿੱਚ ਕੀਰਤਨ ਕਰਨ ਵਾਲੇ ਹੈ, ਸਹੀ ਮਾਇਨੇ ਦੇ ਵਿੱਚ ਬਾਣੀ ਦੀ ਵਿਚਾਰ ਕਰਨ ਵਾਲੇ ਹੈ, ਤੇ ਉਹ ਕੀ ਕਰਦੇ ਹੈ, ਉਹ ਜਦੋਂ ਬਾਣੀ ਪੜ੍ਹਦੇ ਹੈ ਜਾਂ ਕੋਈ ਕੀਰਤਨ ਕਰਦਾ ਨਾ, ਉਹ ਕਹਿੰਦਾ ਤੇ ਮੈਂ ਤੇ ਹਾਲੀ ਮੈਨੂੰ ਸਮਝ ਕੋਈ ਨਹੀਂ ਆਈ, ਮੈਨੂੰ ਰਾਗ ਦੀ ਕੋਈ ਸਮਝ ਨਹੀਂ ਆਈ, ਬਾਣੀ ਦੀ ਕੋਈ ਸਮਝ ਨਹੀਂ ਆਈ। ਇਹ ਪਿਛਲੇ ਦਿਨਾਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਅਸੀਂ ਮਨਾਇਆ। ਟਾਹਲੀ ਸਾਹਿਬ ਵੱਡੇ ਪੱਧਰ 'ਤੇ ਸਮਾਗਮ ਸੀ, ਅਤੇ ਮੈਂ ਨਾਮ ਲੈਣ ਦੇ ਵਿੱਚ ਵੀ ਸੰਕੋਚ ਨਹੀਂ ਕਰਾਂਗਾ। ਸਤਿਕਾਰਯੋਗ ਹਰਜਿੰਦਰ ਸਿੰਘ ਜੀ ਰਾਗੀ ਸ਼੍ਰੀਨਗਰ ਵਾਲੇ ਜਿਸ ਨਾਂ ਤੋਂ ਮਸ਼ਹੂਰ ਨੇ, ਉਹਨਾਂ ਨੇ ਵੀ ਕੀਰਤਨ ਕੀਤਾ, ਅਤੇ ਕੀਰਤਨ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ, ਮੈਨੂੰ ਬੜੀ ਚੰਗੀ ਲੱਗੀ। ਕਹਿਣ ਲੱਗੇ ਮੈਨੂੰ ਕੀਰਤਨ ਕਰਦਿਆਂ 40 ਸਾਲ ਹੋ ਗਏ, ਲੇਕਿਨ ਅੱਜ ਪਤਾ ਲੱਗਦਾ ਹੈ ਮੈਨੂੰ ਕਿ ਮੈਂ ਕੀਰਤਨ ਹੈ ਕੀ ਹੈ। ਕਹਿੰਦੇ ਅੱਜ ਪਤਾ ਲੱਗ ਰਿਹਾ ਕਿ ਕੀਰਤਨ ਹੈ ਕੀ ਹੈ, ਮੈਂ ਤਾਂ ਉੱਥੇ ਤੱਕ ਹਾਲੇ ਪੁੱਜਿਆ ਵੀ ਨਹੀਂ ਹਾਂ, ਮੈਂ ਮਾਨੋ ਜ਼ੀਰੋ ਤੋਂ ਸਟਾਰਟ ਕਰ ਰਿਹਾ। ਕਿ ਇਹ ਤੜਪ ਹੀ ਐਸੀ ਹੈ, ਨਾਮ ਦੇ ਵਿੱਚ ਜਿਉਂ-ਜਿਉਂ ਤੁਸੀਂ ਖੁੱਬੋਗੇ, ਜਿੰਨਾ ਮਾਇਆ ਵਿੱਚ ਖੁੱਬੋਗੇ, ਮਾਇਆ ਦੀ ਪਿਆਸ ਨਹੀਂ ਕਦੀ ਮੁੱਕੇਗੀ। ਇਸੇ ਤਰ੍ਹਾਂ ਹੀ ਜਿਉਂ-ਜਿਉਂ ਆਪਾਂ ਨਾਮ ਦੇ ਵਿੱਚ ਖੁੱਬਾਂਗੇ ਨਾ, ਤੇ ਨਾਮ ਦੀ ਪਿਆਸ ਵੀ ਐਸੀ ਹੈ ਕਿ ਅੰਦਰ ਹੋਰ ਤਾਂਘ ਪੈਦਾ ਕਰਦੀ ਹੈ, ਕਿਉਂਕਿ ਅਸੀਂ ਅੰਸ਼ੀ ਤੱਕ ਪਹੁੰਚਣਾ। ਤੇ ਭਗਤ ਕਬੀਰ ਸਾਹਿਬ ਕਹਿੰਦੇ ਹੈ ਕਿ ਜਿਉਂ-ਜਿਉਂ ਮੈਂ ਉਹ ਨਾਮ ਜਲ ਪੀ ਰਿਹਾ, ਮੇਰੀ ਪਿਆਸ ਬੁਝਦੀ ਨਹੀਂ ਪਈ, ਇਹ ਹੋਰ ਵੱਧਦੀ ਹੈ ਕਿ ਹੋਰ ਨਾਮ ਜਪਾਂ, ਹੋਰ ਨਾਮ ਜਪਾਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ, ਕਹਿੰਦੇ ਅਗਨ ਤੋਂ ਭਾਵ ਇੱਥੇ ਪਿਆਸ ਹੈ। ਅਧਕਾਏ ਜਲ ਮੈਂ ਅਗਨ ਉੱਠੀ ਅਧਕਾਏ ਹੁੰਦਾ ਹੋਰ ਵਧੇਕ ਉੱਠ ਰਹੀ ਹੈ ਪਿਆਸ ਕਿ ਮੈਂ ਨਾਮ ਜਪਦਾ ਰਵਾਂ। ਕਹਿੰਦੇ ਬਸ ਇਸ ਤਰ੍ਹਾਂ ਦੀ ਤਾਂਘ ਹੈ। ਜਦੋਂ ਇਹ ਤਾਂਘ ਪੈਦਾ ਹੁੰਦੀ ਹੈ ਤੇ ਫਿਰ ਉਸ ਅੰਸ਼ੀ ਤੱਕ ਜਦੋਂ ਬੰਦਾ ਪਹੁੰਚਦਾ ਹੈ, ਆਪਣਾ ਵਜੂਦ ਗਵਾ ਬੈਠਦਾ ਹੈ, ਜਿਵੇਂ ਨਦੀ ਤੇ ਨਾਲੇ ਗਵਾ ਬੈਠਦੇ ਨੇ, ਉਸ ਵਿਸ਼ਾਲ ਸਮੁੰਦਰ ਦਾ ਰੂਪ ਹੋ ਜਾਂਦੇ ਹੈ। ਤੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਅੰਦਰ ਤਾਂਘ ਲੈ ਕੇ ਜਦੋਂ ਸਿਫਤ ਸਲਾਹ ਕਰਦੇ ਹੈ, ਕਰਦਿਆਂ ਉਸ ਵਿੱਚ ਲੀਨਤਾ ਹਾਸਲ ਕਰਦੇ ਹੈ, ਤੇ ਫਿਰ ਅੰਤਰ ਕੋਈ ਨਹੀਂ ਰਹਿੰਦਾ, ਇੱਕਮਿਕ ਹੋ ਜਾਂਦੇ। ਔਰ ਇਸ ਦੀ ਉਦਾਹਰਨ ਦਿੰਦੇ ਹੈ ਗੁਰੂ ਅਰਜਨ ਪਾਤਸ਼ਾਹ ਜੀ। ਕਹਿੰਦੇ ਕਿਵੇਂ ਇੱਕਮਿਕਤਾ ਹੈ, ਕਹਿੰਦੇ ਪਛਾਣ ਨਹੀਂ ਸਕੋਗੇ, ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ, ਕੋਈ ਪਛਾਣ ਨਹੀਂ ਰਹਿੰਦੀ। ਹੁਣ ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਏਕੰਕਾਰਾ। ਕਹਿੰਦੇ ਜਿਵੇਂ ਬਾਜ਼ੀਗਰ ਹੈ ਨਾ, ਬਹੁਤ ਸਾਰੀ ਖੇਡ ਸਾਨੂੰ ਦਿਖਾਉਂਦਾ ਹੈ, ਕਦੇ ਕੁਝ ਬਣਾ ਦਿੰਦਾ ਹੈ, ਕਦੇ ਕੁਝ ਬਣਾ ਦਿੰਦਾ ਹੈ, ਲੇਕਿਨ ਜਦੋਂ ਉਹ ਖੇਡ ਸਮੇਟਦਾ ਹੈ, ਉਹ ਬਾਜ਼ੀਗਰ ਹੀ ਰਹਿ ਜਾਂਦਾ, ਇਕੱਲਾ ਬਾਜ਼ੀਗਰ ਹੀ। ਕਹਿੰਦੇ ਇਸੇ ਤਰ੍ਹਾਂ ਹੀ ਉਹ ਬਾਜ਼ੀਗਰ ਹੈ ਪਰਮਾਤਮਾ, ਉਸਨੇ ਖੇਡ ਰਚੀ ਹੋਈ ਹੈ। ਇਹ ਕਿਤਨਾ ਕੁਛ ਦੇਖਦੇ ਹਾਂ ਅਸੀਂ, ਭਿੰਨ ਦੀ ਇਹ ਬਨਸਪਤੀ ਹੈ, ਰੁੱਖ ਨੇ, ਪਹਾੜ ਨੇ, ਦਰਿਆ ਨੇ, ਸਾਗਰ ਨੇ, ਵਿਸ਼ਾਲ ਸਮੁੰਦਰ ਨੇ, ਪੰਛੀ ਨੇ, ਜਾਨਵਰ ਨੇ, ਸਭ ਤੋਂ ਸਿਰਮੌਰ ਜੀਵ ਮਨੁੱਖੀ ਜੀਵ ਹੈ, ਉਸਦਾ ਅੰਤ ਨਹੀਂ ਪਾ ਸਕਾਂਗੇ। ਕਹਿੰਦੇ ਸਾਰੀ ਖੇਡ ਉਸਨੇ ਰਚੀ ਹੋਈ ਹੈ, ਲੇਕਿਨ ਜਦੋਂ ਕਿਤੇ ਉਹ ਖੇਡ ਨੂੰ ਸਮੇਟਦਾ, ਇੱਕ ਪਰਮਾਤਮਾ ਆਪ ਹੀ ਰਹਿ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਉਸ ਪਰਮਾਤਮਾ ਦੀ ਅੰਸ਼ ਹੈ, ਉਹ ਸਾਨੂੰ ਸਮੇਟ ਤੇ ਦੇਗਾ, ਲੇਕਿਨ ਰਹੇਗਾ ਕੌਣ? ਉਸ ਅੰਸ਼ੀ ਨੇ ਰਹਿ ਜਾਣਾ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਏਕੰਕਾਰਾ, ਜਲ ਤੇ ਉਠੇ ਅਨਕ ਤਰੰਗਾ, ਕਨਕ ਭੂਖਨ ਕੀਨੇ ਬੋਰੰਗਾ। ਜਲ ਤੇ ਉਠੇ, ਇਹਦੇ ਵਿੱਚ ਜਿਵੇਂ ਜਲ ਤੋਂ ਤਰੰਗਾਂ ਉੱਠਦੀਆਂ ਨੇ, ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ, ਲੇਕਿਨ ਮੁੜ ਕੇ ਸਮੁੰਦਰ ਦੇ ਵਿੱਚ ਜਦੋਂ ਸਮਾ ਜਾਂਦੀਆਂ, ਕੋਈ ਉਹਨਾਂ ਦਾ ਵਖਰੇਵਾਂ ਨਹੀਂ ਰਹਿੰਦਾ, ਉਸਦਾ ਹੀ ਰੂਪ ਹੋ ਜਾਂਦੀਆਂ। ਜਲ ਤੇ ਉੱਠੇ ਅਨਕ ਤਰੰਗਾ, ਕਹਿੰਦੇ ਇਸੇ ਤਰ੍ਹਾਂ ਹੀ ਮਾਨੋ ਅਸੀਂ ਉਹ ਵਿਸ਼ਾਲ ਸਾਗਰ ਹੈ, ਅਤੇ ਉਸ ਸਾਗਰ ਦੇ ਵਿੱਚੋਂ ਸਾਡੀਆਂ ਮਨੁੱਖੀ ਜੀਵ ਰੂਪੀ ਤਰੰਗਾਂ ਨਿਕਲੀਆਂ ਹੋਈਆਂ, ਅਤੇ ਅਸੀਂ ਮੁੜ ਕੇ ਉਸੇ ਵੀ ਸਮਾ ਜਾਣਾ, ਉਸਦਾ ਹੀ ਰੂਪ ਹੋ ਜਾਣਾ। ਲੇਕਿਨ ਸਮਾਵਾਂਗੇ ਕਿਵੇਂ? ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ, ਉਹ ਤਾਂਘ ਲੈ ਕੇ ਚਲਾਂਗੇ, ਅਤੇ ਗੁਰੂ ਸਾਨੂੰ ਉਸ ਅੰਸ਼ੀ ਨਾਲ ਮਿਲਾ ਦੇਗਾ। ਇਹਨਾਂ ਤਰੰਗਾਂ ਨੂੰ ਵਿਸ਼ਾਲ ਸਾਗਰ ਦੇ ਵਿੱਚ ਜੋੜ ਦਿੰਦਾ ਹੈ, ਇੱਕ ਮਿਕ ਕਰ ਦਿੰਦਾ ਹੈ ਗੁਰੂ। ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬੋਰੰਗਾ। ਕਹਿੰਦੇ ਸੋਨਾ ਹੈ, ਸੋਨੇ ਦੀ ਡਲੀ ਤੋਂ ਸੁਨਿਆਰਾ ਕਿਤਨੇ ਪ੍ਰਕਾਰ ਦੇ ਗਹਿਣੇ ਬਣਾ ਦਿੰਦਾ, ਲੇਕਿਨ ਮੁੜ ਕੇ ਉਸ ਉਹਨਾਂ ਗਹਿਣਿਆਂ ਨੂੰ ਢਾਲ ਕੇ ਸੋਨੇ ਦੀ ਡਲੀ ਵੀ ਬਣਾਈ ਜਾ ਸਕਦੀ, ਕੋਈ ਅੰਤਰ ਨਹੀਂ ਹੈ। ਉਸ ਡਲੀ ਤੋਂ ਗਹਿਣੇ ਬਣੇ, ਮੁੜ ਕੇ ਗਹਿਣਿਆਂ ਨੂੰ ਢਾਲ ਕੇ ਉਹ ਸੋਨੇ ਦੀ ਡਲੀ ਬਣ ਜਾਂਦੀ। ਕਹਿੰਦੇ ਬਸ ਇਸੇ ਤਰ੍ਹਾਂ ਹੀ ਉਹ ਪਰਮਾਤਮਾ ਹੈ, ਉਹ ਮਾਨੋ ਇੱਕ ਸੋਨੇ ਦੀ ਡਲੀ ਹੈ, ਅਤੇ ਸਾਨੂੰ ਉਸਨੇ ਗਹਿਣਿਆਂ ਵਾਂਗ ਸੰਸਾਰ ਵਿੱਚ ਬਣਾ ਕੇ ਭੇਜਿਆ, ਲੇਕਿਨ ਅਸੀਂ ਉਸ ਦਾ ਹੀ ਰੂਪ ਹਾਂ, ਅਤੇ ਮੁੜ ਕੇ ਉਹ ਢਾਲ ਕੇ ਆਪਣੇ ਵੀ ਸਾਨੂੰ ਸਮੇਟ ਦਿੰਦਾ ਹੈ। ਅਨਕ ਭੂਖਨ ਕੀਨੇ ਬੋਰੰਗਾ। ਫਿਰ ਇਸੇ ਤਰ੍ਹਾਂ ਇੱਕ ਉਦਾਹਰਨ ਦਿੰਦੇ ਹੈ ਇੱਕ ਹੋਰ, ਕਹਿੰਦੇ ਸਹਿਸ ਘਟਾ ਮੈਂ ਏਕ ਆਕਾਸ਼, ਘਟ ਪੁਟੇ ਤੋਂ ਤਾਂ ਉਹੀ ਪ੍ਰਕਾਸ਼। ਕਹਿੰਦੇ ਅਸੀਂ ਹਜ਼ਾਰਾਂ ਲੱਖਾਂ ਘੜੇ ਰੱਖ ਦਈਏ, ਉਹਨਾਂ ਵਿੱਚ ਭਰ ਦਈਏ ਪਾਣੀ,
ਤੇ ਤੁਹਾਨੂੰ ਆਕਾਸ਼ ਨਜ਼ਰ ਆਏਗਾ ਉਹਨਾਂ ਘੜਿਆਂ ਦੇ ਵਿੱਚ, ਲੇਕਿਨ ਉਹ ਘੜੇ ਟੁੱਟ ਵੀ ਜਾਣ, ਆਕਾਸ਼ ਨੇ ਇੱਕੋ ਹੀ ਰਹਿਣਾ, ਉਹ ਆਕਾਸ਼ ਨੇ ਇੱਕੋ ਹੀ ਰਹਿਣਾ। ਕਹਿੰਦੇ ਇਸੇ ਤਰ੍ਹਾਂ ਹੀ ਇਸ ਸਰੀਰ, ਸਾਡੇ ਹਿਰਦੇ ਰੂਪੀ ਘੜੇ ਜਾਂ ਸਰੀਰ ਰੂਪੀ ਘੜੇ ਉਸ ਪਰਮਾਤਮਾ ਨੇ ਤਿਆਰ ਕਰਕੇ ਭੇਜੇ ਸੰਸਾਰ ਦੇ ਵਿੱਚ। ਇਹ ਸਰੀਰ ਰੂਪੀ ਠੀਕਰਾ ਟੁੱਟ ਵੀ ਜਾਏ, ਲੇਕਿਨ ਜੇ ਅਸੀਂ ਅੰਸ਼, ਸਾਡੀ ਉਸ ਅੰਸ਼ੀ ਨਾਲ ਜੁੜੀ ਹੋਈ ਹੈ, ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਹਾਂ, ਇਹ ਠੀਕਰਾ ਟੁੱਟ ਵੀ ਜਾਏ ਤੇ ਇਸ ਅੰਸ਼ੀ ਦੇ ਵਿੱਚ ਇਹ ਸਾਡੀ ਅੰਸ਼ ਨੇ ਮਿਲਿਆ ਹੋ ਜਾਣਾ। ਅਸੀਂ ਕਈ ਵਾਰੀ ਕਹਿੰਦੇ ਨਾ ਭਾਈ ਮਰਨ ਤੋਂ ਬਾਅਦ ਅਸੀਂ ਮੁਕਤੀ ਪ੍ਰਾਪਤ ਕਰਾਂਗੇ, ਜੋਤ ਉਸ ਦੇ ਵਿੱਚ ਮਿਲ ਜਾਏਗੀ, ਐਸਾ ਨਹੀਂ ਹੈ। ਜਿਉਂਦਿਆਂ ਜੀ ਦੀ ਖੇਡ ਹੈ। ਕਹਿੰਦੇ ਜਿਉਂਦਿਆਂ ਜੀ ਹੀ ਇਹ ਸਰੀਰ ਦਾ ਠੀਕਰਾ ਜਿਹੜਾ ਹੈ ਨਾ, ਜਿਸ ਦੇ ਵਿੱਚ ਇਹ ਅੰਸ਼ ਪਈ ਹੋਈ ਹੈ, ਜੇ ਗੁਰੂ ਦੀ ਸ਼ਰਨ ਦੇ ਵਿੱਚ ਹੈ ਸਰੀਰ ਦਾ ਠੀਕਰਾ, ਭਾਵ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਗੁਰੂ ਦੀ ਸ਼ਬਦ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਸਾਡੇ ਜੀਵਨ ਦਾ ਆਧਾਰ ਹੈ। ਤੇ ਮਾਨੋ ਇਹ ਸਰੀਰ ਦਾ ਠੀਕਰਾ ਟੁੱਟ ਗਿਆ, ਭੱਜ ਗਿਆ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅੰਦਰ ਦੀ ਜੋਤ ਪਰਮ ਜੋਤ ਦੇ ਨਾਲ, ਅੰਦਰ ਦੀ ਅੰਸ਼ ਉਸ ਪਰਮ ਅੰਸ਼ੀ ਦੇ ਨਾਲ ਮਿਲੀ ਹੁੰਦੀ ਹੈ ਪਹਿਲਾਂ ਹੀ। ਠੀਕਰਾ ਟੁੱਟ ਵੀ ਜਾਏ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਇਸੇ ਤਰ੍ਹਾਂ ਹੀ ਬਸ ਜਿਵੇਂ ਉਹ ਘੜਿਆਂ ਦੇ ਵਿੱਚ ਪਾਣੀ ਪਾ ਕੇ ਸਾਨੂੰ ਉਹ ਹਜ਼ਾਰਾਂ ਘੜਿਆਂ ਦੇ ਵਿੱਚ ਆਕਾਸ਼ ਲੱਭਦੇ ਆ, ਬਈ ਹਜ਼ਾਰ ਆਕਾਸ਼ ਨੇ, ਲੇਕਿਨ ਜਦੋਂ ਘੜੂ ਟੁੱਟ ਜਾਣ ਤੇ ਆਕਾਸ਼ ਇੱਕੋ ਹੀ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਤੇ ਸਾਡੀ ਉਸ ਪਰਮਾਤਮਾ ਦੇ ਨਾਲ ਖੇਡ ਰਚੀ ਹੋਈ ਹੈ। ਇਹ ਸਰੀਰ ਰੂਪੀ ਘੜੇ ਉਸਨੇ ਭੇਜੇ, ਸਰੀਰ ਦਾ ਠੀਕਰਾ ਟੁੱਟ ਵੀ ਜਾਏ, ਲੇਕਿਨ ਜੇ ਅਸੀਂ ਉਸ ਦੇ ਨਾਲ ਜੁੜੇ ਹੋਏ ਹਾਂ ਤੇ ਇੱਕ ਪਰਮਾਤਮਾ, ਉਹ ਅੰਸ਼ ਤੇ ਅੰਸ਼ੀ ਉਸ ਦੇ ਵਿੱਚ ਮਿਲ ਜਾਂਦਾ ਹੈ, ਇੱਕ ਰੂਪ ਹੋ ਜਾਂਦੇ। ਔਰ ਇਸ ਦੀ ਮਿਸਾਲ ਸਾਨੂੰ ਇੱਕ ਹੋਰ ਵੀ ਮਿਲਦੀ ਹੈ। ਭਗਤ ਕਬੀਰ ਸਾਹਿਬ ਵੀ ਕਹਿੰਦੇ ਹੈ ਕਿ ਕਿਵੇਂ ਉਸ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ ਬੰਦਾ। ਕਹਿੰਦੇ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਿਓ ਅਨ ਕਤੈ ਨਾ ਜਾਈ। ਇਸ ਤੋਂ ਪਹਿਲੇ ਕਹਿੰਦੇ ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਗੰਗਾ ਇੱਕ ਵਿਸ਼ਾਲ ਨਦੀ ਹੈ। ਸਲਤਾ ਤੋਂ ਭਾਵ ਹੁੰਦਾ ਛੋਟੀਆਂ ਨਦੀਆਂ, ਜਿਵੇਂ ਅਸੀਂ ਪੜ੍ਹਿਆ ਨਾ, ਨਦੀਆਂ ਤੈਨ ਵਾਹ ਪਵੇਂ ਸਮੁੰਦਰ ਨਾ ਜਾਣੀ। ਕਹਿੰਦੇ ਗੰਗਾ ਵਿਸ਼ਾਲ ਹੈ, ਲੇਕਿਨ ਛੋਟੀਆਂ ਛੋਟੀਆਂ ਨਾਲੀਆਂ, ਨਦੀਆਂ ਜਦੋਂ ਉਸ ਗੰਗਾ ਦੇ ਵਿੱਚ ਮਿਲ ਜਾਂਦੀਆਂ ਤੇ ਕੋਈ ਅੰਤਰ ਲੱਭਦਾ? ਸਾਰੇ ਕਹਿੰਦੇ ਗੰਗਾ ਵਗ ਰਹੀ ਹੈ, ਗੰਗਾ ਵਗ ਰਹੀ ਹੈ। ਇਉਂ ਆਪਾਂ ਦੇਖਦੇ ਹਾਂ ਹੜ੍ਹ ਆਇਆ ਹੋਇਆ ਤੇ ਵੱਡੇ ਵੱਡੇ ਦਰਿਆ ਜਿਹੜੇ ਵਗ ਰਹੇ ਨੇ, ਆਪਾਂ ਥੋੜ੍ਹੀ ਕਹਿੰਦੇ ਬਈ ਫਲਾਣੇ ਨਦੀ ਦਾ ਪਾਣੀ ਹੈ, ਫਲਾਣੇ ਨਾਲੇ ਦਾ ਪਾਣੀ ਹੈ। ਕਹਿੰਦੇ ਫਲਾਣਾ ਸਤਲੁਜ ਵਗ ਰਿਹਾ ਜੀ, ਬਿਆਸ ਵਗ ਰਿਹਾ ਜੀ, ਰਾਵੀ ਵਗ ਰਿਹਾ ਜੀ, ਇਹੀਓ ਕਹਿ ਰਹੇ ਹਨ। ਇਸ ਤਰ੍ਹਾਂ ਕਹਿੰਦੇ ਆ ਬਈ ਗੰਗਾ ਇੱਕ ਵਿਸ਼ਾਲ ਹੈ, ਉਸ ਦੇ ਵਿੱਚ ਛੋਟੇ ਨਦੀ ਨਾਲੇ ਜਦੋਂ ਮਿਲ ਜਾਂਦੇ ਆ ਨਾ, ਉਸ ਦਾ ਹੀ ਰੂਪ ਹੋ ਜਾਂਦੇ। ਸਾਰੇ ਕਹਿੰਦੇ ਗੰਗਾ ਵਗ ਰਹੀ ਹੈ, ਇਹ ਨਹੀਂ ਕਹਿੰਦਾ ਬਈ ਫਲਾਣੀ ਨਦੀ ਪਾਣੀ ਹੈ, ਨਹੀਂ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ, ਗੰਗਾ ਦਾ ਹੀ ਰੂਪ ਹੋ ਗਈ। ਇਸੇ ਤਰ੍ਹਾਂ ਕਹਿੰਦੇ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਿਓ ਅਨ ਕਤੈ ਨਾ ਜਾਈ। ਕਹਿੰਦੇ ਮੈਂ ਵੀ ਹੁਣ ਰਾਮ ਦੁਹਾਈ, ਰਾਮ ਰਾਮ ਕਰਦਾ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਉਸ ਰਾਮ ਦੇ ਵਿੱਚ, ਉਸ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਗਿਆ। ਹੁਣ ਅੰਤਰ ਹੀ ਕੋਈ ਨਹੀਂ ਰਿਹਾ, ਮੈਂ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ। ਹੁਣ ਮੇਰੇ ਵਿੱਚ ਤੇ ਉਸ ਪਰਮਾਤਮਾ ਵਿੱਚ ਅੰਤਰ ਕੋਈ ਨਹੀਂ ਰਿਹਾ। ਜਿਵੇਂ ਮਿਸਾਲ ਦਿੰਦੇ ਅੱਗੇ ਇਸੇ ਸ਼ਬਦ ਦੇ ਅੰਦਰ, ਚੰਦਨ ਕੈ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਕਹਿੰਦੇ ਚੰਦਨ ਦੇ ਰੁੱਖ ਹੁੰਦੇ ਨਾ ਲੱਗੇ ਦੇ, ਤੇ ਉਹਨਾਂ ਦੇ ਨਾਲ ਹੋਰ ਕਈ ਰੁੱਖ ਹੁੰਦੇ ਨੇ ਜਿਨ੍ਹਾਂ ਵਿੱਚੋਂ ਸੁਗੰਧੀ ਨਹੀਂ ਆਉਂਦੀ, ਭਾਵੇਂ ਉਹਨਾਂ ਵਿੱਚੋਂ ਸੁਗੰਧੀ ਨਹੀਂ ਆਉਂਦੀ ਹੈ, ਲੇਕਿਨ ਚੰਦਨ ਦੇ ਨਾਲ ਰਹਿਣ ਕਰਕੇ, ਚੰਦਨ ਦੇ ਨਾਲ ਲਗਨ ਹੋਣ ਕਰਕੇ ਇਵੇਂ ਲੱਗਦਾ ਕਿ ਉਹਨਾਂ ਦੇ ਵਿੱਚੋਂ ਚੰਦਨ ਦੀ ਸੁਗੰਧੀ ਆ ਰਹੀ ਹੈ। ਅਸਲ ਦੇ ਵਿੱਚ ਉਹਨਾਂ ਦੇ ਵਿੱਚ ਸੁਗੰਧੀ ਹੁੰਦੀ ਨਹੀਂ। ਚੰਦਨ ਵਿੱਚ ਸੁਗੰਧੀ ਹੈ, ਬਾਕੀ ਰੁੱਖਾਂ ਵਿੱਚ ਨਹੀਂ ਹੈ। ਬਹੁਤ ਸਾਰੇ ਰੁੱਖ ਨੇ ਜਿਨ੍ਹਾਂ ਵਿੱਚ ਸੁਗੰਧੀ ਆਉਂਦੀ ਹੈ, ਲੇਕਿਨ ਇੱਕ ਮਿਸਾਲ ਦਿੰਦੇ ਹੈ ਕਿ ਚੰਦਨ ਦੇ ਆਲੇ ਦੁਆਲੇ ਜਿਹੜੇ ਬਾਕੀ ਰੁੱਖ ਹੁੰਦੇ ਨੇ, ਉਹ ਵੀ ਇਸ ਤਰ੍ਹਾਂ ਲੱਗਦਾ ਕਿ ਚੰਦਨ ਦੀ ਸੁਗੰਧੀ ਉਹਨਾਂ ਵਿੱਚੋਂ ਆ ਰਹੀ ਹੈ। ਕਹਿੰਦੇ ਬਸ ਇਸ ਤਰ੍ਹਾਂ ਪਰਮਾਤਮਾ ਹੈ ਚੰਦਨ, ਅਤੇ ਮੈਂ ਉਸ ਦੇ ਨਾਲ ਜੁੜ ਗਿਆ, ਹੁਣ ਅੰਤਰ ਕੋਈ ਨਹੀਂ ਰਿਹਾ। ਅਸੀਂ ਕਈ ਵਾਰੀ ਨਾ ਕਰਮ ਕਾਂਡ ਇਸ ਤਰ੍ਹਾਂ ਦਾ ਕਰਦੇ ਹਾਂ। ਮ੍ਰਿਤਕ ਸੰਸਕਾਰ ਵੀ ਜਦੋਂ ਹੁੰਦਾ ਨਾ ਸਾਡਾ, ਅਤੇ ਅਸੀਂ ਕੀ ਕਰਦੇ ਹਾਂ, ਉਹ ਇੱਕ ਥੈਲੇ ਛੋਟੇ ਜਿਹੇ ਲਿਫਾਫੇ 'ਚ ਪਾ ਕੇ ਅਤੇ ਛੋਟੀਆਂ ਛੋਟੀਆਂ ਲੱਕੜੀਆਂ ਅਸੀਂ ਦਿੰਦੇ ਹਾਂ, ਬਈ ਇਹ ਚੰਦਨ ਦੀ ਲੱਕੜ ਹੈ। ਉਹ ਚੰਦਨ ਦੀ ਲੱਕੜ ਨਹੀਂ ਹੁੰਦੀ ਹੈ, ਉਹ ਕਰਮ ਕਾਂਡ ਹੈ। ਉਹ ਚੰਦਨ ਦੇ ਆਲੇ ਦੁਆਲੇ ਰੁੱਖ ਹੁੰਦੇ ਨਾ ਜਿਹੜੇ ਲੱਗੇ ਦੇ, ਉਹਨਾਂ ਦੇ ਛੋਟੇ ਛੋਟੇ ਪੀਸ ਕਰਕੇ ਦੁਕਾਨਦਾਰ ਵੇਚਦੇ ਆ, ਅਤੇ ਚੰਦਨ ਦੇ ਭਾਅ ਵਿਕ ਜਾਂਦੇ ਆ। ਉਹ ਲੱਕੜ ਵੀ ਚੰਦਨ ਦੇ ਭਾਅ ਵਿਕ ਜਾਂਦੇ। ਉਹ ਹੈ ਕਰਮ ਕਾਂਡ ਅਸੀਂ ਕਰਦੇ ਹਾਂ, ਲੇਕਿਨ ਦੇਖਾ ਦੇਖੀ ਅਸੀਂ ਵੀ ਅਪਣਾ ਲਿਆ। ਉਹ ਛੋਟੇ ਛੋਟੇ ਤੀਲੇ ਵੰਡੀ ਜਾਂਦੇ ਆ ਜੀ, ਪਾਓ ਤੁਸੀਂ ਵੀ ਉਸ ਦੇ ਵਿੱਚ ਸੰਸਕਾਰ ਕਰਨਾ, ਤੁਸੀਂ ਆਪਣਾ ਯੋਗਦਾਨ ਪਾਓ। ਇਸ ਤਰ੍ਹਾਂ ਦਾ ਨਹੀਂ ਹੈ, ਉਹ ਗੱਲ ਵੱਖਰਾ ਵਿਸ਼ਾ ਹੈ। ਲੇਕਿਨ ਉਹ ਕਹਿੰਦੇ ਬਈ ਚੰਦਨ ਦੇ ਆਲੇ ਦੁਆਲੇ ਜਿਹੜੇ ਰੁੱਖ ਨੇ, ਉਹ ਵੀ ਚੰਦਨ ਦੇ ਭਾਅ ਵਿਕ ਜਾਂਦੇ ਹੈ। ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਉਹ ਵਿਸ਼ਾਲ ਹੈ, ਚੰਦਨ ਦੀ ਨਿਆਈ ਹੈ, ਅਤੇ ਅਸੀਂ ਜੇ ਉਸ ਦੇ ਨਾਲ ਜੁੜੇ ਹਾਂ ਤਾਂ ਉਸ ਦੀ ਸੁਗੰਧੀ ਸਾਡੇ ਵਿੱਚ ਵੀ ਆ ਜਾਂਦੀ ਹੈ ਜਦੋਂ ਅਸੀਂ ਨਾਮ ਜਪਦੇ ਹਾਂ। ਪਾਰਸ ਕੈ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ।
ਕਹਿੰਦੇ ਪਾਰਸ ਇੱਕ ਐਸੀ ਧਾਤ ਹੈ, ਉਸ ਦੇ ਨਾਲ ਕੋਈ ਛੂਹ ਜਾਏ ਨਾ ਤਾਂ ਕੰਚਨ ਬਣ ਜਾਂਦਾ, ਸੋਹਣਾ ਬਣ ਜਾਂਦਾ। ਕਹਿੰਦੇ ਇਸੇ ਤਰ੍ਹਾਂ ਤਾਂਬਾ ਪਾਰਸ ਦੇ ਨਾਲ ਛੂਹ ਕੇ ਜਿਵੇਂ ਕੰਚਨ ਬਣ ਜਾਂਦਾ ਹੈ। ਕਹਿੰਦੇ ਗੁਰੂ ਸਾਹਿਬ ਕਹਿੰਦੇ ਨੇ, ਭਗਤ ਕਬੀਰ ਸਾਹਿਬ ਕਹਿੰਦੇ, ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਕਹਿੰਦੇ ਮੈਂ ਸਤ ਸੰਗੀਆਂ ਦੀ ਸੰਗਤ ਦੇ ਵਿੱਚ ਜਦੋਂ ਬੈਠਾ ਨਾ, ਨਾਮ ਦੇ ਨਾਲ ਜੁੜਿਆ, ਸਤਸੰਗੀਆਂ ਦੇ ਵਿੱਚ ਉਹ ਨਾਮ ਦੀ ਮੈਨੂੰ ਜਾਚਨਾ ਹੋਈ, ਨਾਮ ਪ੍ਰਾਪਤ ਹੋਇਆ, ਮੈਂ ਵੀ ਨਾਮ ਜਪਣਾ ਸ਼ੁਰੂ ਕੀਤਾ ਅਤੇ ਉਹਨਾਂ ਸਤਸੰਗੀਆਂ ਦੀ ਸੰਗਤ ਦੇ ਵਿੱਚ ਰਹਿ ਕੇ ਐਸਾ ਹੋਇਆ ਕਿ ਮੈਂ ਕਬੀਰ ਰਾਮ ਵਰਗਾ ਹੋ ਗਿਆ, ਕਿਉਂਕਿ ਸਤਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਕਹਿੰਦੇ ਨਾਮ ਜਪਦਿਆਂ ਜਪਦਿਆਂ ਸਤਸੰਗੀਆਂ ਵਿੱਚ ਬੈਠਣ ਕਰਕੇ ਮੈਂ ਵੀ ਰਾਮ ਵਰਗਾ ਹੋ ਗਿਆ, ਅਤੇ ਹੁਣ ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਨਦੀਆਂ ਅਤੇ ਵਾਹ ਪਵੇਂ ਸਮੁੰਦਰਾਂ ਜਾਣੀਆਂ, ਹੁਣ ਅੰਤਰ ਹੀ ਕੋਈ ਨਹੀਂ ਰਿਹਾ, ਕੋਈ ਅੰਤਰ ਨਹੀਂ ਰਿਹਾ। ਇਹ ਪਹਿਲਾ ਨੁਕਤਾ ਗੁਰੂ ਸਾਹਿਬ ਨੇ ਸਾਨੂੰ ਸੇਧ ਦੇ ਲਈ ਸਾਡੀ ਬਖਸ਼ਿਸ਼ ਕੀਤਾ ਹੈ ਕਿ ਜਦੋਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ ਅਤੇ ਉਸ ਦਾ ਹੀ ਰੂਪ ਹੋ ਜਾਂਦੇ ਹਾਂ, ਫਿਰ ਕੋਈ ਅੰਤਰ ਨਹੀਂ ਰਹਿੰਦਾ। ਅਤੇ ਫਿਰ ਲੇਕਿਨ ਜਿਹੜਾ ਆਮ ਮਨੁੱਖ ਹੈ, ਜਿਵੇਂ ਗੁਰੂ ਸਾਹਿਬ ਕਹਿੰਦੇ ਨਾ, ਏਤੀ ਸੁਰਤ ਨਾ ਪਾਈਏ, ਜਿਹੜਾ ਆਮ ਮਨੁੱਖ ਹੈ ਉਹ ਉਹਨਾਂ ਪਹੁੰਚੇ ਹੋਏ ਮਨੁੱਖਾਂ ਦੀ ਅਵਸਥਾ ਬਾਰੇ ਨਹੀਂ ਜਾਣ ਸਕਦਾ। ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਨਾ, ਉਸ ਦੀ ਅਵਸਥਾ ਬਾਰੇ ਨਹੀਂ ਜਾਣ ਸਕਦਾ। ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ। ਜਿਵੇਂ ਅਸੀਂ ਕਈ ਵਾਰੀ ਗੱਲ ਕਰਦੇ ਹਾਂ, ਜੋ ਦੁਕਾਨ 'ਤੇ ਬੈਠਾ ਜੀ 24 ਘੰਟੇ ਦੁਕਾਨ ਦੇ ਵਿੱਚ ਹੀ ਬਿਜ਼ੀ ਰਹਿੰਦਾ, ਉਹ ਕਿੱਥੇ ਹੈ ਨਾਮ ਜਪਦਾ। ਕੋਈ ਨੌਕਰੀ 'ਤੇ ਹੈ ਜੀ, ਉਹ ਨੌਕਰੀ ਪੇਸ਼ਾ ਬੰਦਾ ਜੀ, ਛੱਡੋ ਉਸਨੂੰ, ਸਵੇਰੇ ਨਿਕਲਦਾ ਅਤੇ ਸ਼ਾਮ ਵੜਦਾ ਘਰ, ਕਿਹੜਾ ਕੋਈ ਨਾਮ ਜਪ ਲੈਂਦਾ। ਲੇਕਿਨ ਐਸਾ ਨਹੀਂ ਹੈ। ਇੱਕ ਦੁਕਾਨ 'ਤੇ ਬੈਠਾ ਹੋਇਆ ਵੀ ਕਿਵੇਂ ਨਾਮ ਜਪ ਰਿਹਾ, ਜੇ ਉਹ ਘੱਟ ਨਹੀਂ ਤੋਲਦਾ, ਜੇ ਉਹ ਠੱਗੀ ਨਹੀਂ ਕਰਦਾ, ਜੇ ਉਹ ਆਪਣੀ ਜੋ ਉਸ ਦਾ ਮੁਨਾਫਾ ਬਣਦਾ ਹੈ 10% 15%, ਉਸ ਤੋਂ ਬਾਅਦ ਨਹੀਂ। ਆਪਾਂ ਅੱਜ ਦੇਖਦੇ ਹਾਂ ਨਾ, ਅੱਜ ਤੁਹਾਡੇ ਸਾਹਮਣੇ 200 ਰੁਪਏ ਕਿਲੋ ਟਮਾਟਰ ਹੈ, ਅਤੇ ਜਿਹੜੇ ਕਿਸਾਨ ਨੇ ਵਿਚਾਰੇ, ਉਹਨਾਂ ਕੋਲੋਂ ਕਿਸ ਤਰ੍ਹਾਂ ਖਰੀਦਿਆ ਜਾਂਦਾ, ਕਿਸ ਭਾਅ ਖਰੀਦਿਆ ਜਾਂਦਾ। ਕਿਉਂਕਿ ਵੱਡੇ ਵੱਡੇ ਜਿਹੜੇ ਨੇ, ਜਿਵੇਂ ਉਹਨਾਂ ਨੇ ਕੀ ਕੀਤਾ, ਵੱਡੇ ਵੱਡੇ ਸਟੋਰ ਬਣਾਏ ਹੋਏ, ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਵੱਡੇ ਵੱਡੇ ਸਟੋਰ ਬਣਾ ਕੇ ਅੰਦਰ ਡੰਪ ਕਰ ਦਿੰਦੇ ਆ, ਮਾਲ ਡੰਪ ਕਰ ਦਿੰਦੇ ਆ, ਅਤੇ ਫਿਰ ਕੀਮਤਾਂ ਵੱਧਦੀਆਂ ਨੇ। 200 ਰੁਪਏ ਟਮਾਟਰ, ਕੌਣ ਖਾਂਦਾ ਸੀ ਆਲੂ, ਕੌਣ ਖਾਂਦਾ ਸੀ ਕੱਦੂ, ਰੁਪਏ 2 ਰੁਪਏ ਕਿਲੋ, 5 ਰੁਪਏ ਕਿਲੋ। ਅੱਜ ਤੁਸੀਂ ਦੇਖੋ ਕੋਈ ਵੀ ਸਬਜ਼ੀ ਜਿਹੜੀ ਹੈ 100 ਰੁਪਏ ਤੋਂ ਘੱਟ ਕੋਈ ਹੈ ਹੀ ਨਹੀਂ ਹੈ, ਕੋਈ ਨਹੀਂ ਹੈ। ਹੁਣ ਗੁਰੂ ਸਾਹਿਬ ਸਾਨੂੰ ਇੱਕ ਉਦਾਹਰਨ ਦਿੰਦੇ ਹੈ ਕਿ ਜਦੋਂ ਅਸੀਂ ਨਾਮ ਜਪਦੇ ਹਾਂ ਅਤੇ ਆਮ ਮਨੁੱਖ ਉਸ ਦੀ ਅਵਸਥਾ ਦੇ ਬਾਰੇ ਨਹੀਂ ਜਾਣ ਸਕਦਾ। ਦੁਕਾਨ 'ਤੇ ਬੈਠਾ ਹੋਇਆ ਬੰਦਾ ਆਪਣਾ ਜਾਇਜ਼ ਮੁਨਾਫਾ ਕਮਾਏ, ਠੱਗੀ ਨਾ ਕਰੇ, ਘੱਟ ਨਾ ਤੋਲੇ, ਸਮਝੋ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਇੱਕ ਮੇਰੇ ਵਰਗਾ ਬੰਦਾ ਕਿਸੇ ਆਫਿਸ ਦੇ ਵਿੱਚ ਕੰਮ ਕਰਨ ਵਾਲਾ, ਕਿਸੇ ਦੀ ਫਾਈਲ ਕੱਢਦਿਆਂ ਉਸ ਕੋਲੋਂ ਪੈਸੇ ਨਾ ਮੰਗੇ, ਦਿਆਨਤਦਾਰੀ ਦੇ ਨਾਲ ਆਪਣਾ ਕੰਮ ਕਰੇ। ਜੋ ਤਨਖਾਹ ਉਸ ਨੂੰ ਮਿਲ ਰਹੀ ਹੈ, ਉਹਨੂੰ ਪਤਾ ਹੈ ਭਾਈ ਮੈਂ ਇਤਨੀ ਤਨਖਾਹ ਲੈ ਰਿਹਾ, 50,000 60,000 70,000 ਲੱਖ ਰੁਪਇਆ, ਮੈਂ ਉਤਨਾ ਕੰਮ ਵੀ ਕਰਨਾ ਹੈ। ਅਤੇ ਮਾਨੋ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ। ਲੇਕਿਨ ਇਸ ਦਾ ਇਹ ਬਦਲ ਨਹੀਂ ਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਠੀਕ ਹੈ ਜੀ, ਉਹ ਕਿਰਤ ਚੰਗੀ ਕਰ ਰਿਹਾ ਅਤੇ ਉਸ ਦਾ ਬਸ ਪਰਮਾਤਮਾ ਦਾ ਨਾਮ ਜਪ ਰਿਹਾ। ਨਹੀਂ, ਐਸਾ ਨਹੀਂ। ਬਾਣੀ ਪੜ੍ਹਨਾ, ਨਾਮ ਜਪਣਾ, ਸਿਫਤ ਸਲਾਹ ਕਰਨੀ। ਜਿਹੜਾ ਸਿਫਤ ਸਲਾਹ ਕਰੇਗਾ ਉਹੀ ਘੱਟ ਨਹੀਂ ਤੋਲੇਗਾ। ਜਿਹੜਾ ਸਿਫਤ ਸਲਾਹ ਕਰੇਗਾ ਉਹੀ ਟਾਈਮ ਸਿਰ ਦਫ਼ਤਰ ਜਾਏਗਾ ਅਤੇ ਕਿਸੇ ਦੀ ਫਾਈਲ ਕੱਢਦਿਆਂ 100 ਰੁਪਇਆ ਨਹੀਂ ਲਏਗਾ। ਜਿਹੜਾ ਨਾਮ ਤੂੰ ਸਖਣਾ ਹੈ ਨਾ, ਉਸ ਦੇ ਅੰਦਰ ਕਦੇ ਨਾ ਕਦੇ ਥਿੜਕ ਆ ਜਾਣਾ, ਥਿੜਕ ਜਾਏਗਾ ਉਹ ਕਦੀ ਨਾ ਕਦੀ। ਲੇਕਿਨ ਜਿਹੜਾ ਨਾਮ ਜਪਣ ਵਾਲਾ ਹੈ, ਬਾਣੀ ਪੜ੍ਹਨ ਵਾਲਾ ਹੈ, ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਲਾ ਹੈ, ਸਤ ਸੰਗਤ ਕਰਨ ਵਾਲਾ ਹੈ, ਗੁਰੂ ਦੀ ਸ਼ਰਨ ਵਿੱਚ ਆਉਣ ਵਾਲਾ ਹੈ, ਅੰਮ੍ਰਿਤਧਾਰੀ ਹੈ, 5 ਕਕਾਰੀ ਵਰਦੀ ਦਾ ਧਾਰਨੀ ਹੈ, ਉਹ ਕਦੀ ਇਹ ਕੰਮ ਨਹੀਂ ਕਰੇਗਾ। ਇਸ ਲਈ ਬਾਣੀ ਪੜ੍ਹਨਾ, ਨਾਮ ਜਪਣਾ ਬੜਾ ਜ਼ਰੂਰੀ ਹੈ। ਜਿਉਂ ਆਪਾਂ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਅਤੇ ਇਹ ਚੰਗੇ ਗੁਣ ਸਾਡੇ ਜੀਵਨ ਦੇ ਵਿੱਚ ਵਸਦੇ ਜਾਣਗੇ। ਇਹਨਾਂ ਗੁਣਾਂ ਆਧਾਰਿਤ ਸਾਡਾ ਜੀਵਨ ਹੋਏਗਾ ਅਤੇ ਉਸ ਦੇ ਵਿੱਚ ਸਾਡੀ ਲੀਨਤਾ ਬਣ ਜਾਏਗੀ। ਅਤੇ ਗੁਰੂ ਸਾਹਿਬ ਫਿਰ ਦੂਸਰਾ ਨੁਕਤਾ ਕਹਿੰਦੇ ਹੈ ਕਿ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹੋ ਅਤੇ ਉਸ ਦੇ ਨਾਲ ਇਕਮਿਕ ਹੋ ਜਾਂਦੇ ਹੈ। ਲੇਕਿਨ ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਧਨ, ਵੱਡੇ ਵੱਡੇ ਸੁਲਤਾਨ ਰਾਜੇ ਅਖਾਉਣ ਵਾਲੇ ਆਪਣੇ ਆਪ ਨੂੰ, ਜਿਨ੍ਹਾਂ ਕੋਲ ਦੁਨੀਆ ਦੇ ਖਜ਼ਾਨੇ ਨੇ, ਧਨ ਪਦਾਰਥ ਬੜਾ ਹੈ, ਬੜਾ ਮਾਣ ਸਤਿਕਾਰ ਹੈ, ਦੁਨਿਆਵੀ ਰੁਤਬਾ ਹੈ, ਕੁਰਸੀ ਹੈ, ਉਹਦਾ ਹੈ। ਕਹਿੰਦੇ ਜੇ ਉਹਨਾਂ ਨੇ ਪਰਮਾਤਮਾ ਨੂੰ ਵਿਸਾਰਿਆ ਹੋਇਆ ਨਾ, ਅਤੇ ਉਸ ਮਨੁੱਖ ਦੀ ਬਰਾਬਰੀ ਵੀ ਨਹੀਂ ਕਰ ਸਕਦੇ ਜਿਸ ਦੇ ਕੋਲ ਭਾਵੇਂ ਦੁਨਿਆਵੀ ਤਲ 'ਤੇ ਇਤਨੀ ਸਮਰੱਥਾ ਨਹੀਂ ਹੈ। ਦੂਜਾ ਨੁਕਤਾ ਹੈ ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰੇ। ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਉਹਨਾਂ ਦੀ ਕੋਈ ਪਾਇਆ ਨਹੀਂ। ਉਹਨਾਂ ਵੱਡੇ ਵੱਡੇ ਰਾਜ ਭਾਗ ਕਰਨ ਵਾਲਿਆਂ ਦੀ ਵੀ ਜੇ ਉਹਨਾਂ ਨੂੰ ਪਰਮਾਤਮਾ ਵਿਸਰਿਆ ਹੋਇਆ ਹੈ, ਲੇਕਿਨ ਉਹਨਾਂ ਕੋਲੋਂ ਇੱਕ ਉਹ ਮਨੁੱਖ ਚੰਗਾ ਹੈ, ਪ੍ਰਭੂ ਨਜ਼ਰ ਵਿੱਚ ਪ੍ਰਵਾਨ ਹੈ, ਜਿਹੜਾ ਇੱਕ ਕੀੜੀ ਦੀ ਨਿਆਈ ਸਮਰੱਥਾ ਰੱਖਣ ਵਾਲਾ ਹੈ। ਬਹੁਤ ਛੋਟੀ ਸਮਰੱਥਾ ਹੈ, ਦੁਨਿਆਵੀ ਤਲ 'ਤੇ ਉਸ ਦੇ ਕੋਲ ਬਹੁਤਾ ਕੁਝ ਮਾਨ ਸਤਿਕਾਰ ਨਾ ਵੀ ਹੋਵੇ। ਜਿਵੇਂ ਗੁਰੂ ਸਾਹਿਬ ਕਹਿੰਦੇ ਹੈ
किनका एक जिस जी बसावै, ताकि महिमा गनी ना आवै। कांखी एक है दर्श तुहारो, नानक उन संग मोह उदारो। किनका एक जिस जी बसावै, कहते एक किनका मात्र भी जिस दे अंदर परमात्मा का नाम वसिया होया ना, उसकी महिमा बयान नहीं की जा सकती। वो भावें छोटी समर्था रखने वाला है, प्रभ को सिमरै से पतवंते, प्रभ को सिमरै से धनवंते, प्रभ को सिमरै से सर्व के राजे, प्रभ को सिमरै से बेमोहताजे। असी पढ़ते हैं प्रभ को सिमरै से सर्व के राजे। गुरु साहब सानू ये मिसाल देंदे कि जेड़े परमात्मा का सिमरन करने वाले है वो बड़े बड़े धनवान ने, मानो बड़े बड़े धनवान ने, राजियां दी न्याय उन्होंने बहुत बड़ा राज भाग है, भावें दुनियावी तल ते ना होवे, क्योंकि वो प्रभु नज़र दे विच प्रवानगी है उन्होंने। गुरु साहब कहते हैं लख लश्कर लख वाजे नेजे, लख उठ करें सलाम, लखां उपर फरमाइश तेरी, लख उठ राखै मान, जां पत लेखै ना पवै तां सब निराफल काम। दूजे बने भी मिसाल देंदे गुरु साहब, गुरु अर्जन पातशाह जी कहते लख लश्कर लख वाजे नेजे, कहते लाओ लश्कर बड़ा होवे किसी को, वाजे नेजे बरदार उसके अगे पिछे खड़े होण, ते जिदे किते जावे ते अगे बाजे बजदे होण। जिवें आपां देखदे ना अज भी साडे कई बारी बड़े बड़े मिनिस्टर आउंदे है ते रैड कारपटिंग की जाती है, उन्हों का रिसैप्शन उन्होंने करने वास्ते बड़े बड़े उन्होंने मंत्री पहला ही खड़े रहंदे ने, MLA खड़े रहंदे ने, लोग खड़े रहंदे ने कुर्सियां ते बैठे बाद भी आउंदे है। तो फिर गुरु साहब कहते हैं लख लश्कर लख वाजे नेजे, लख उठ करें सलाम, लखां ही तैनूं सलाम करने वाले क्यों ना होण भाई। जे कहते जे जां पत लेखै ना पवै तां सब निराफल काम। लख लश्कर लख वाजे नेजे, लख उठ करें सलाम, लखां उपर फरमाइश तेरी, लख उठ राखे मान। तेरा हुक्म चलदा होवे, लखां दे उपर तेरे हुक्म नूं मनण वाले भी होण। कहंदे जे उस परमात्मा दी नज़र दे विच तेरी इज्जत नहीं ना, भाव तू उसका नाम नहीं जपदा, उसके नाम नाल नहीं जुड़िया, उसकी नज़र दे विच तेरी प्रवानगी नहीं है, तो दुनियावी तल ते इतना कुछ होने के बावजूद भी ये सब कुछ निराफल है। इसलिए गुरु साहब कहते हैं लख खटियाँ लख संजियाँ खाजें, लख आवें लख जाहें, जां पत लेखै ना पवै तां जी कित्थै फिर पाहें। गुरु साहब कहते हैं कि बंदा जिवें धन पदार्थां की गल की ना अज, गिरखां सेती माल धन, कहते बंदा लखां ही कमाउंदा होवे, लखां ही पैसे रुपए खर्च करता होवे, उस अयाशप्रस्त जीवन दे विच होवे, कहते जे उस परमात्मा की नज़र दे विच उसकी इज्जत नहीं है, जां पत लेखै ना पवै तां जी कित्थै फिर पाए। कहते फिर की है, तेरी उस परमात्मा की नज़र दे विच प्रवानगी कोई नहीं। तू भावें जिन्ना मर्जी आख मैं मेरा जीवन बड़ा वधिया है जी, तू लखां कमांदा होवें लखां खर्चदा होवें, अयाशप्रस्त तेरा जीवन होवे, कोई लाभ नहीं इसका। इसलिए गुरु साहब गुरु नानक पातशाह जी कहते हैं सुल्तान होवां मैं लश्कर, तख्त राखां पाऊँ, हुक्म हासिल करी बैठा, नानका सब वाओ, मत देख भूलां विसरै तेरा चित ना आवे ना। कहते मैं बहुत बड़ा सुल्तान होवां, राजा बन जावां, तख्त दे उपर बैठा होवां, तो मेरे को इतनी समर्था होवे कि मैं हुक्म करां तो सारे मेरे हुक्म नूं मनण। कहते सच्चे पातशाह ये कुछ मैनू नहीं चाहिदा जे तेरा नाम विसर जाए। इस तो यह भाव नहीं कि गुरु साहब इस तो इनकारी ने। गुरु साहब कहते हैं भाई जे इतना कुछ मेरे कोल होवे, लेकिन जे तेरा नाम ना होवे तो फिर ये व्यर्थ है, फिर वाओ है सब कुछ, फिर व्यर्थ है, इसका कोई लाभ नहीं है। गुरु साहब ये सानू सेहत बख्शिश करते हैं। हुण अगे गुरु साहब ने इसकी उदाहरण सानू समझाउण दे लई ये गल कीती है कि कीड़ी तुल ना होवनी। भाव यह है कि संसार के अंदर विचरदियां जदों बंदा निमरता दे विच रहिंदा है, निमाणा होके रहिंदा है, तो फिर वो परमात्मा के नाम के नाल जुड़ के उस अंशी तक पहुँच सकता है, उसका ही रूप हो सकता है, उसकी खुशी का पात्र बन सकता है, उसकी नज़र दे विच उसकी प्रवानगी हो सकती है। लेकिन जे वो निमरता दे विच है, हलीमी विच है, अपनी हौमे आकड़ दे विच होएगा ना, तो फिर कभी भी उस सच्चे तक नहीं पहुँच सकेगा, कभी भी सच का जीवन प्राप्त नहीं कर सकेगा, सचार नहीं बन सकेगा। जिवें भगत कबीर साहब इसकी उदाहरण देंदे है, कहते निमाणापन होके निमाणे विच असी अक्सर देखते हैं, खास करके साडी कौम दे विच ये बड़ी बड़ी बीमारी बन चुकी है। मैं पहला भी एक दिन शायद कथा करदे एक गल कही सी कि इस्लाम धर्म तुसी देखो, तुसी सारे तकरीबन श्रीनगर के रहने वाले हो, इस्लाम धर्म के नाल संबंधित लोकी जिहड़े ने जिन्ने मर्जी उहदे बड़े उहदे ते पहुँच जाण, असी वेखदे हां ना, क्योंकि जुडिशल सिस्टम दे विच दास ते शुक्रवार नूं बड़े बड़े जज भी
ਸਾਰੇ ਆਫਿਸ ਤੇ ਬੰਦ ਹੁੰਦੇ ਆ, ਤੁਹਾਡੇ ਸਾਹਮਣੇ ਮਿਸਾਲ ਹੈ। ਭਾਵੇਂ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ ਉਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਸ਼ੁੱਕਰਵਾਰ ਨੂੰ ਸਾਰੇ ਨਮਾਜ਼ ਪੜ੍ਹਨ ਜਾਂਦੇ ਆ। ਸਾਡਾ ਬੰਦਾ ਕੋਈ ਡਾਕਟਰ ਬਣ ਜਾਏ, ਕੋਈ ਇੰਜੀਨੀਅਰ ਬਣ ਜਾਏ, ਕੋਈ IAS ਆਫੀਸਰ ਬਣ ਜਾਏ, ਕੋਈ KS ਆਫੀਸਰ ਬਣ ਜਾਏ, ਕੋਈ ਪੁਲਿਸ ਡਿਪਾਰਟਮੈਂਟ ਦੇ ਵਿੱਚ ਅੱਛੇ ਅਹੁਦੇ 'ਤੇ ਪਹੁੰਚ ਜਾਏ, ਤੇ ਕੀ ਹੈ, ਉਹ ਗੁਰਦੁਆਰੇ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦਾ, ਉਹ ਸਤਸੰਗਤ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦਾ। ਉਹ ਕੀ ਕਰੇਗਾ? ਉਹਨਾਂ 'ਤੇ ਸਵੇਰੇ ਆਪਾਂ ਦੇਖਦੇ ਹਾਂ ਨਾ ਕਿ ਸਾਡੀ ਮਰਿਆਦਾ ਹੈ, ਸਵੇਰੇ 7:30 8 ਵਜੇ ਤੱਕ ਸਾਡਾ ਦੀਵਾਨ ਸਜਦਾ ਹੈ, ਦਿਨੇ ਅਸੀਂ ਆਪਣਾ ਕੰਮ ਕਾਜ ਕਰਦੇ ਹਾਂ, ਸ਼ਾਮ ਨੂੰ ਫਿਰ ਦੀਵਾਨ ਸਜਦਾ ਹੈ। ਅਤੇ ਲੇਕਿਨ ਜਿਹੜੇ ਬੰਦੇ ਇਸ ਤਰ੍ਹਾਂ ਦੇ ਹੋਣਗੇ ਨਾ, ਉਹ 9 9:30 ਵਜੇ ਜਿਸਲੇ ਤੁਸੀਂ ਗੁਰਦੁਆਰਾ ਬੰਦ ਹੋਏਗਾ, ਸੰਗਤ ਇੱਥੇ ਨਹੀਂ ਹੋਏਗੀ, ਗੁਰਦੁਆਰਾ ਬੰਦ ਤਾਂ ਨਹੀਂ ਹੁੰਦਾ, ਭਾਵ ਇਹ ਹੈ ਕਿ ਉਸਲੇ ਦੀਵਾਨ ਨਹੀਂ ਹੁੰਦਾ, ਉਹ 9 9:30 ਵਜੇ ਮੱਥਾ ਟੇਕਣਗੇ। ਕੋਈ ਡਾਕਟਰ ਹੈ, ਹਸਪੀਟਲ ਜਾਣਾ, ਉਹਨੇ ਮੱਥਾ ਫਾਰਮੈਲਿਟੀ ਟੇਕ ਸੇਕ ਕੇ ਜਾਏਗਾ। ਸੰਗਤ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦਾ। ਤੁਸੀਂ ਦੇਖੋ ਤੁਹਾਡੇ ਸਾਹਮਣੇ, ਜਿਹੜਾ ਨਿਮਾਣੇਪਣ ਦੇ ਵਿੱਚ ਰਹਿੰਦਾ, ਨਿਤਾਣੇਪਣ ਦੇ ਵਿੱਚ ਰਹਿੰਦਾ, ਨਾਮ ਦੇ ਨਾਲ ਜੁੜਿਆ, ਉਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕੇਗਾ। ਤੁਹਾਡੀ ਹਉਮੈ ਅਤੇ ਹੈਂਕੜ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹੈ ਪਰਮਾਤਮਾ ਦੇ ਨਾਲ ਨਹੀਂ ਮਿਲ ਸਕਦੇ ਤੁਸੀਂ। ਹਰ ਹੈ ਖਾਂਡ ਰੇਤ ਮੇ ਬਿਖਰੀ, ਹਸਤੀ ਚੁਣੀ ਨਾ ਜਾਏ। ਕਬੀਰ ਸਾਹਿਬ ਮਿਸਾਲ ਦਿੰਦੇ ਹੈ, ਹਰ ਹੈ ਖਾਂਡ ਰੇਤ ਮੇ ਬਿਖਰੀ, ਹਸਤੀ ਚੁਣੀ ਨਾ ਜਾਏ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਕਹਿੰਦੇ ਹੈ ਕਿ ਮਾਨੋ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਹੈ ਜਿਵੇਂ ਰੇਤ ਦੇ ਵਿੱਚ ਖੰਡ ਬਿਖਰੀ ਹੋਵੇ। ਰੇਤ ਹੈ ਇੱਥੇ ਮਾਇਆ, ਸੰਸਾਰ ਰੂਪੀ ਮਾਇਆ। ਮਾਇਆ ਦੇ ਵਿੱਚ ਮਾਨੋ ਇੱਥੇ ਕਹਿੰਦੇ ਕਿ ਕਿਉਂਕਿ ਪਰਮਾਤਮਾ ਨੇ ਨਾਮ ਵੀ ਹੈ, ਇੱਥੇ ਨਾਮ ਵੀ ਹੈ ਅਤੇ ਮਾਇਆ ਵੀ ਹੈ। ਲੇਕਿਨ ਨਾਮ ਮਾਨੋ ਇਸ ਤਰ੍ਹਾਂ ਹੈ ਕਿ ਰੇਤ ਦੇ ਵਿੱਚ ਮਾਨੋ ਉਸ ਰੇਤ ਰੂਪੀ ਖੰਡ ਦੇ ਵਿੱਚ ਖੰਡ ਬਿਖਰੀ ਹੋਈ ਹੈ, ਮਾਇਆ ਦਾ ਪ੍ਰਭਾਵ ਬਹੁਤ ਹੈ ਅਤੇ ਨਾਮ ਜਪਣ ਵਾਲੇ ਘੱਟ ਨੇ। ਕਹਿੰਦੇ ਹਸਤੀ ਚੁਣੀ ਨਾ ਜਾਏ। ਜਿਹੜਾ ਹਸਤੀ ਹੈ, ਹਾਥੀ, ਉਹ ਹਉਮੈ ਵਿੱਚ ਹੈ, ਬੜਾ ਵੱਡਾ ਜਾਨਵਰ ਹੈ, ਹੈਂਕੜ ਦੇ ਵਿੱਚ ਹੈ। ਕਹਿੰਦੇ ਬਸ ਇਸ ਤਰ੍ਹਾਂ ਹੀ ਸੰਸਾਰ, ਭਾਵ ਕੀ ਹੈ, ਸੰਸਾਰ ਦੇ ਅੰਦਰ ਵਿਚਰਦਿਆਂ ਕੋਈ ਹਾਥੀ ਵਰਗਾ ਹਉਮੈ ਵਿੱਚ, ਹੈਂਕੜ ਦੇ ਵਿੱਚ ਰਹਿਣ ਵਾਲਾ ਬੰਦਾ ਹੋਵੇ, ਕਹਿੰਦੇ ਉਹ ਨਾਮ ਨਹੀਂ ਜਪ ਸਕੇਗਾ, ਕਿਉਂਕਿ ਨਾਮ ਵੀ ਇਸੇ ਸੰਸਾਰ ਰੂਪੀ ਮਾਇਆ, ਇਸ ਰੇਤ ਦੇ ਵਿੱਚ ਖੰਡ ਦੀ ਤਰ੍ਹਾਂ ਹੈ, ਅਤੇ ਖੰਡ ਨੂੰ ਛੋਟੀ ਜਿਹੀ ਕੀੜੀ ਹੀ ਚੁਣ ਸਕਦੀ ਹੈ। ਰੇਤ ਹੋਵੇ ਨਾ, ਰੇਤ ਦੇ ਵਿੱਚ ਆਪਾਂ ਖੰਡ ਵਿਛਾ ਦਈਏ ਅਤੇ ਰੇਤ ਦੇ ਵਿੱਚੋਂ ਤੁਸੀਂ ਹੁਣ ਚੁਣ ਨਹੀਂ ਸਕੋਗੇ। ਲੇਕਿਨ ਜਿਹੜੀ ਕੀੜੀ ਹੈ, ਕੀੜੀ ਉਸ ਰੇਤ ਦੇ ਵਿੱਚੋਂ ਵੀ ਖੰਡ ਦੇ ਦਾਣੇ ਨੂੰ ਕੱਢ ਕੇ ਬਾਹਰ ਲਿਆਂਦੀ ਹੈ। ਭਾਵ ਇਹ ਹੈ ਕਿ ਜਿਹੜਾ ਬੰਦਾ ਨਿਮਰਤਾ ਦੇ ਵਿੱਚ ਹੈ, ਨਿਮਾਣੇਪਣ ਦੇ ਵਿੱਚ ਹੈ, ਜਿਸ ਦੇ ਵਿੱਚ ਹਲੀਮੀ ਹੈ, ਉਹ ਇਸ ਸੰਸਾਰ ਰੂਪੀ ਰੇਤ ਦੇ ਵਿੱਚੋਂ ਇਹ ਨਾਮ ਰੂਪੀ ਖੰਡ ਚੁਣ ਲਵੇਗਾ। ਗੁਰੂ ਸਾਹਿਬ ਇਹ ਮਿਸਾਲ ਦਿੰਦੇ ਹੈ, ਹਰ ਹੈ ਖਾਂਡ, ਕਬੀਰ ਸਾਹਿਬ, ਹਰ ਹੈ ਖਾਂਡ ਰੇਤ ਮੇ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿ ਕਬੀਰ ਗੁਰ ਭਲੀ ਬੁਝਾਈ। ਗੁਰੂ ਨੇ ਸੋਝੀ ਦੇ ਦਿੱਤੀ ਕਿ ਭਾਈ ਜੇ ਤੂੰ ਨਿਮਾਣਾ ਹੋ ਕੇ ਚਲੇਗਾ, ਉਸ ਕੀੜੀ ਦੇ ਨਿਆਈ ਚਲੇਗਾ, ਤੇ ਫਿਰ ਤੂੰ ਉਸ ਨਾਮ ਰੂਪੀ ਖੰਡ ਨੂੰ ਇਸ ਮਾਇਆ ਰੂਪੀ ਰੇਤ ਦੇ ਵਿੱਚੋਂ ਤੂੰ ਚੁਣ ਲਵੇਂਗਾ। ਨਿਮਾਣੇਪਣ ਦੇ ਵਿੱਚ ਆ ਜਾ ਤੂੰ, ਕਿਉਂਕਿ ਨਿਮਾਣਾਪਣ, ਨਿਤਾਣੇਪਣ ਦੇ ਵਿੱਚ ਰਹਿਣਾ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਨਾ ਹੈ। ਔਰ ਗੁਰੂ ਸਾਹਿਬ ਇਸ ਦੀ ਮਿਸਾਲ ਇੱਕ ਹੋਰ ਵੀ ਦਿੰਦੇ ਹੈ, ਬੜੀ ਸੁੰਦਰ ਮਿਸਾਲ ਦਿੰਦੇ ਹੈ। ਇਸ ਮਿਸਾਲ ਨੂੰ ਲੈ ਕੇ ਆਪਾਂ ਸਮਾਪਤੀ ਕਰਾਂਗੇ। ਗੁਰੂ ਸਾਹਿਬ ਕਹਿੰਦੇ ਹੈ, ਸੋ ਮਨ ਹਸਤੀ ਘਿਓ ਗੁੜ ਖਾਵੈ, 5 ਸੈ ਦਾਣਾ ਖਾਏ, ਡੱਕੈ ਫੂਕੈ ਖੇ ਉਡਾਵੈ, ਸਾ ਗਿਆ ਪਛਤਾਏ। ਮਿਸਾਲ ਦਿੰਦੇ ਹਾਥੀ ਦੀ। ਕਹਿੰਦੇ ਹਾਥੀ ਬੜਾ ਵਿਸ਼ਾਲ ਜਾਨਵਰ ਹੈ, ਅਤੇ ਕਹਿੰਦੇ ਤੁਸੀਂ ਉਹਨੂੰ ਮਣਾ ਮੂੰਹ ਉਸ ਨੂੰ ਦੇ ਦਿਓ ਨਾ, ਕੁਝ ਦਾਣਾ ਦੇ ਦਿਓ, ਖਾਏਗਾ, ਰੱਜਦਾ ਨਹੀਂ ਹੈ। ਹੁਣ ਅਸੀਂ ਖਾਂਦੇ ਹਾਂ, ਅਸੀਂ 4 ਫੁਲਕੇ ਖਾਵਾਂਗੇ, 5 ਖਾਵਾਂਗੇ। ਹਾਥੀ ਦੇ ਅੱਗੇ ਤੁਸੀਂ ਢੇਰ ਲਾ ਦਿਓ, ਮਨ ਕੋਈ ਚੀਜ਼ ਅੰਦਰ ਰੱਖ ਦਿਓ, ਉਸਦੇ ਸਾਹਮਣੇ ਖਾ ਲਏਗਾ ਦਾਣਾ। ਸੋ ਮਨ ਹਸਤੀ ਘਿਓ ਗੁੜ ਖਾਵੈ, ਅਤੇ ਕਹਿੰਦੇ ਉਹ ਰੱਜਦਾ ਨਹੀਂ, ਰੱਜੇਗਾ ਨਹੀਂ। ਫਿਰ ਕੀ ਕਹਿੰਦਾ? ਖਾ ਕੇ ਡਕਾਰ ਮਾਰਦਾ, ਡੱਕਾ ਫੂਕਾ ਡੇ ਖੇ ਉਡਾਵੈ। ਉਹ ਕੀ ਕਰਦਾ? ਮਿੱਟੀ ਉਡਾਈ ਜਾਂਦਾ। ਸਾਹ ਗਿਆ ਪਛਤਾ। ਕਹਿੰਦੇ ਜਦੋਂ ਮੁੱਕਦਾ ਤੇ ਬਸ ਮਾਨੋ ਇੱਕ, ਜਦੋਂ ਸਾਹ ਮੁੱਕ ਗਏ ਤੇ ਪਛਤਾਵਾ। ਮਿਸਾਲ ਉਦਾਹਰਨ ਹਾਥੀ ਦੀ ਹੈ, ਗੱਲ ਬੰਦੇ ਦੀ ਕਰਦੇ ਹੈ ਕਿ ਬੰਦਾ ਪੂਰੀ ਉਮਰ ਖਾਣ ਪੀਣ ਦੇ ਵਿੱਚ ਮਸਤ ਰਹਿੰਦਾ, ਖਾਈ ਜਾਂਦਾ, ਦੁਨੀਆ ਦੇ ਪਦਾਰਥ ਮਾਣੀ ਜਾਂਦਾ, ਲੇਕਿਨ ਹੈ ਆਪਣੇ ਹਉਮੈ ਦੇ ਆਕੜ ਦੇ ਵਿੱਚ ਉਸ ਹਾਥੀ ਦੀ ਨਿਆਈ। ਕਹਿੰਦੇ ਜਦੋਂ ਫਿਰ ਸਾਹ ਮੁੱਕਦਾ ਨਾ, ਖਾ ਫੂ ਕੇ ਆਪਣਾ ਡਕਾਰ ਮਾਰਿਆ ਅਤੇ ਤੁਰਦੇ ਬਣੇ, ਕੰਮ ਕਾਜ ਕੀਤਾ, ਦੁਨੀਆ ਦਾ ਵਪਾਰ ਕਰਦਾ ਰਹਿੰਦਾ, ਇਸੇ ਵਿੱਚ ਮਸਤ ਰਹਿੰਦਾ। ਜਦੋਂ ਸਾਹ ਮੁੱਕੇ ਅਤੇ ਅੰਤ ਪਛਤਾਵਾ ਹਾਸਲ ਹੁੰਦਾ। ਕੀ ਹਾਸਲ ਕੀਤਾ? ਕੁਛ ਨਹੀਂ। ਮਿਸਾਲ ਹਾਥੀ ਦੀ ਹੈ, ਗੱਲ ਬੰਦੇ ਦੀ ਕਰ ਰਿਹਾ ਸਾਨੂੰ ਸਮਝਾਉਣ ਦੇ ਲਈ
ਕਹਿੰਦੇ ਬਸ ਹਉਮੈ ਵਿੱਚ ਰਹਿਣ ਵਾਲਾ ਇਸੇ ਤਰ੍ਹਾਂ ਜਦੋਂ ਸਾਹ ਮੁੱਕਦੇ ਹੈ ਤੇ ਪਛਤਾਵਾ ਹੀ ਲੈ ਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਲੇਕਿਨ ਦੂਜੇ ਬੰਨੇ ਮਿਸਾਲ ਦਿੰਦੇ ਚਿੜੀ ਹੈ, ਅੱਧ ਗੁੱਲਾ ਚਿੜੀ ਕਾ ਚੁੱਗਣ, ਗਹਿਣ ਚੜੀ ਵਿਲ ਲਾਏ, ਖਸਮੈ ਭਾਵੈ ਉਹ ਚੰਗੀ ਜੇ ਕਰੇ ਖੁਦਾਏ ਖੁਦਾਏ। ਕਹਿੰਦੇ ਇੱਕ ਪਾਸੇ ਹਾਥੀ ਹੈ, ਉਹ ਖਾਈ ਜਾਂਦਾ 100 ਮਨ ਦਾਣਾ ਖਾ ਕੇ ਡੱਕੈ ਫੂਕੈ ਖੇ ਉਡਾਵੈ, ਹਉਮੈ ਵਿੱਚ ਹੰਕਾਰ ਦੇ ਵਿੱਚ ਹੈ। ਕਹਿੰਦੇ ਇਸ ਲੇਕਿਨ ਦੂਜੇ ਬੰਨੇ ਇੱਕ ਕੀੜੀ ਦੀ ਨਿਆਈ ਹੈ ਬੰਦਾ, ਚਿੜੀ ਛੋਟੀ ਹੈ। ਕਹਿੰਦੇ ਚਿੜੀ ਦਾ ਦਾਣਾ ਕਿੰਨਾ ਖਾਂਦੀ ਕਿੰਨੇ ਕਾ, ਅੱਧਾ ਦਾਣਾ ਖਾਏਗੀ, ਖਾ ਕੇ ਤੇ ਉੱਡਦੀ ਆਕਾਸ਼ ਦੇ ਵਿੱਚ ਮਾਨੋ ਬਸ ਕਹਿੰਦੇ ਬਸ ਕੀੜੀ ਦੀ ਨਿਆਈ, ਉਹ ਚਿੜੀ ਦੀ ਨਿਆਈ, ਛੋਟੀ ਜਿਹੀ ਸਮਰੱਥਾ ਰੱਖਣ ਵਾਲਾ ਮਨੁੱਖ ਜਿਸ ਦੇ ਅੰਦਰ ਕੋਈ ਹਉਮੈ ਨਹੀਂ, ਹੈਂਕੜ ਨਹੀਂ, ਜਿਹੜਾ ਨਿਮਰਤਾ ਦੇ ਵਿੱਚ ਹੈ, ਨਿਮਾਣਾ ਹੈ, ਉਹ ਭਾਵੇਂ ਉਸ ਖਾਣਾ ਪੀਣਾ ਬਹੁਤ ਵਧੀਆ ਨਹੀਂ, ਥੋੜ੍ਹਾ ਖਾ ਕੇ ਵੀ ਉਸ ਆਕਾਸ਼ ਦੀ ਉਚਾਈ ਵੱਲ, ਆਤਮਿਕ ਉਚਾਈ ਵਾਲੇ ਪਾਸੇ ਉੱਡ ਜਾਂਦਾ ਹੈ, ਵਾਹਿਗੁਰੂ 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 ਕਰਦਾ ਰਹਿੰਦਾ। ਅਤੇ ਕਹਿੰਦੇ ਖਸਮੈ ਭਾਵੈ ਉਹ ਚੰਗੀ। ਕਹਿੰਦੇ ਉਹ ਹਾਥੀ ਜਿਹੜਾ ਉਹ ਉਸ ਪਰਮਾਤਮਾ ਦੀ ਨਜ਼ਰ ਦੇ ਵਿੱਚ ਪ੍ਰਵਾਨ ਨਹੀਂ, ਭਾਵ ਹਉਮੈ ਵਿੱਚ ਰਹਿਣ ਵਾਲਾ, ਹੈਂਕੜ ਦੇ ਵਿੱਚ ਰਹਿਣ ਵਾਲਾ ਪ੍ਰਭੂ ਨਜ਼ਰ ਦੇ ਵਿੱਚ ਪ੍ਰਵਾਨਗੀ ਨਹੀਂ ਲੈ ਸਕਦਾ। ਇੱਕ ਕੀੜੀ ਦੀ ਨਿਆਈ, ਚਿੜੀ ਦੀ ਨਿਆਈ, ਛੋਟਾ ਮਨੁੱਖ, ਛੋਟੀ ਸਮਰੱਥਾ ਰੱਖਣ ਵਾਲਾ, ਥੋੜ੍ਹਾ ਖਾ ਪੀ ਕੇ ਵੀ ਪਰਮਾਤਮਾ ਦਾ ਨਾਮ ਜਪਦਾ ਜਪਦਾ ਉੱਚੀ ਆਤਮਿਕ ਸਿਖਰਤਾ ਨੂੰ ਮਾਣਦਾ ਹੈ। ਇਸੇ ਤਰ੍ਹਾਂ ਦੂਜੀ ਉਦਾਹਰਨ ਦਿੰਦੇ ਹੈ ਗੁਰੂ ਸਾਹਿਬ ਸ਼ੇਰ ਦੀ। ਕਹਿੰਦੇ ਸਕਤਾ ਸ਼ੀ ਮਾਰੇ ਸਹਿ ਮਿਰਿਆਂ, ਸਭ ਪਿੱਛੇ ਪੈ ਖਾਏ। ਕਹਿੰਦੇ ਹੋਏ ਸਤਾਣਾ ਘੁਰੈ ਨਾ ਮਾਵੈ, ਸਾਹ ਗਿਆ ਪਛਤਾਏ। ਕਹਿੰਦੇ ਸ਼ੇਰ ਕੀ ਕਰਦਾ, ਉਹ 100 ਹਿਰਨ ਵੀ ਮਾਰ ਦੇਗਾ, ਬੜਾ ਤਗੜਾ ਹੈ, ਬੜਾ ਉਸ ਦੇ ਵਿੱਚ ਤਾਕਤ ਹੈ, ਜ਼ੋਰ ਹੈ। ਹੁਣ ਮਿਸਾਲ ਸ਼ੇਰ ਦੀ ਦਿੰਦੇ ਹੈ। ਕਹਿੰਦੇ ਸ਼ੇਰ ਕੀ ਕਰਦਾ ਹੈ ਕਿ 100 ਹਿਰਨਾਂ ਨੂੰ ਮਾਰ ਦੇਗਾ ਅਤੇ ਆਪਣੀ ਭੁੱਖ ਮਿਟਾ ਕੇ ਜਿੰਨੇ ਕੁ ਉਸਨੇ ਖਾਣਾ ਹੈ ਉਹ ਖਾ ਕੇ ਬਾਕੀ ਛੱਡ ਦਿੰਦਾ, ਉਹ ਬਾਕੀ ਮਾਸ ਛੱਡ ਦਿੰਦਾ। ਅਤੇ ਬਾਕੀ ਜਿਹੜੇ ਜੰਗਲੀ ਜਾਨਵਰ ਆਉਂਦੇ ਹੈ, ਕੋਈ ਕੁੱਤੇ ਜੰਗਲੀ ਜਾਂ ਹੋਰ ਜਿਹੜੇ ਕਈ ਜਾਨਵਰ ਨੇ, ਗਿੱਧਾਂ ਆ ਜਾਂਦੀਆਂ, ਪੰਛੀ ਉੱਪਰ, ਉਹ ਆ ਕੇ ਬਾਕੀ ਬੱਚਾ ਖੁੱਚਾ ਉਹ ਖਾ ਜਾਂਦੇ। ਅਤੇ ਸ਼ੇਰ ਖਾ ਕੇ ਜਦੋਂ ਆਕੜ ਦੇ ਵੀ ਡਕਾਰ ਮਾਰਦਾ ਅਤੇ ਕਹਿੰਦੇ ਆਪਣੇ ਉਸ ਖੁੱਡ ਦੇ ਵਿੱਚ ਜਾ ਕੇ ਉਸ ਨੂੰ ਲੇਟਣ ਨਹੀਂ ਹੁੰਦਾ ਅਤੇ ਬਾਹਰ ਹੀ ਪੁੱਠਾ ਪੈ ਜਾਂਦਾ, ਬਾਹਰ ਹੀ ਪੁੱਠਾ ਪੈ ਜਾਂਦਾ। ਖਾ ਪੀ ਕੇ ਆਪਣਾ ਭਾਵੇਂ ਕਿਤਨਾ ਖਾਦਾ, 100 ਹਿਰਨ ਮਾਰ ਦਿੱਤੇ, ਅੱਧਾ ਖਾਦਾ ਅੱਧਾ ਛੱਡ ਕੇ ਆਇਆ, ਬਾਕੀ ਜਾਨਵਰ ਖਾ ਰਹੇ ਹੈ, ਲੇਕਿਨ ਉਹ ਖਾ ਪੀ ਕੇ ਮਸਤ ਹੋ ਜਾਂਦਾ। ਹੋਏ ਸਤਾਣਾ ਘੁਰੈ ਨਾ ਮਾਵੇ, ਘੁਰੈ ਹੁੰਦਾ ਕਿ ਖੁੱਡ, ਆਪਣੀ ਖੁੱਡ ਦੇ ਵਿੱਚ ਨਹੀਂ ਜਾ ਸਕਦਾ ਹੁਣ ਅਤੇ ਬਾਹਰ ਲੇਟ ਗਿਆ, ਸਾਹ ਗਿਆ ਪਛਤਾਏ। ਬਸ ਇਸੇ ਤਰ੍ਹਾਂ ਉਸ ਦੀ ਖੇਡ ਹੈ ਜੀਵਨ ਦੀ, ਸ਼ੇਰ ਦੀ। ਹੁਣ ਸ਼ੇਰ ਦੀ ਇੱਕ ਨੈਚੁਰਲ ਇੰਸਟਿੰਕਟ ਹੈ ਕਿ ਪਰਮਾਤਮਾ ਨੇ ਇਸ ਤਰ੍ਹਾਂ ਬਣਾਇਆ, ਲੇਕਿਨ ਹੁਣ ਉਦਾਹਰਨ ਸ਼ੇਰ ਦੀ ਦਿੱਤੀ। ਗੱਲ ਉਸ ਮਨੁੱਖ ਦੀ ਕੀਤੀ ਹੈ ਜਿਹੜਾ ਸ਼ੇਰ ਦੀ ਨਿਆਈ ਦੂਜਿਆਂ ਦਾ ਹੱਕ ਮਾਰਦਾ ਹੈ, ਦੂਜਿਆਂ ਦਾ ਮਾਸ ਨੋਚਦਾ ਹੈ। ਕੀ ਕਰਦਾ, ਲਿਆਂਦਾ ਖਾ ਕੇ ਬਸ ਆਪਣੇ ਮਕਾਨ ਦੇ ਵਿੱਚ ਐਸ਼ ਪ੍ਰਸਤ ਦੇ ਵਿੱਚ ਬੈਠਾ ਹੋਇਆ, ਆਪਣੇ ਲਿਆਂਦਾ ਦੂਜਿਆਂ ਦਾ ਹੱਕ ਮਾਰਿਆ, ਆਪ ਵੀ ਖਾਂਦਾ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਖਵਾਉਂਦਾ, ਤੁਸੀਂ ਵੀ ਐਸ਼ ਕਰੋ। ਵੱਡੇ ਵੱਡੇ ਮਿਨਿਸਟਰ ਕੀ ਕਰਦੇ, ਅੱਜ ਪਕੜੇ ਜਾ ਰਹੇ ਨੇ ਕਈ ਬੰਦੇ, ਉਹ ਕੀ ਕਰਦੇ ਆ ਕਿ ਕਿਸੇ ਭਤੀਜੇ ਦੇ ਨਾਂ 'ਤੇ, ਕਿਸੇ ਭਤੀਜੀ ਦੇ ਨਾਂ 'ਤੇ, ਆਪਣੀ ਬੀਬੀ ਦੇ ਨਾਂ 'ਤੇ, ਆਪਣੀ ਸਾਲੀ ਦੇ ਨਾਂ 'ਤੇ, ਕਿਸੇ ਸਾਲੇ ਦੇ ਨਾਂ 'ਤੇ ਪ੍ਰਾਪਰਟੀ ਬਣਾਈ ਜਾਂਦੇ, ਭਾਈ ਤੂੰ ਵੀ ਖਾ। ਉਹ ਸ਼ੇਰ ਦੀ ਨਹੀਂ ਆਈ, ਕਿਉਂਕਿ ਦੂਜਿਆਂ ਦਾ ਹੱਕ ਮਾਰ ਰਿਹਾ। ਲੇਕਿਨ ਜਦੋਂ ਸਾਹ ਮੁੱਕਦਾ ਤਾਂ ਲੱਭਣਾ ਕੱਖ ਨਹੀਂ, ਫਿਰ ਕੁਛ ਨਹੀਂ ਲੱਭਣਾ, ਅਤੇ ਮਾਨੋ ਇਸ ਤਰ੍ਹਾਂ ਸੰਸਾਰ ਤੋਂ ਚਲਾ ਗਿਆ। ਅਤੇ ਗੁਰੂ ਸਾਹਿਬ ਕਹਿੰਦੇ ਆ ਅੰਧਾ ਕਿਸ ਨੂੰ ਬੁੱਕ ਸੁਣਾਵੈ, ਖਸਮੈ ਮੂਲ ਨਾ ਭਾਵੈ। ਕਹਿੰਦੇ ਉਹ ਸ਼ੇਰ ਜਿਹੜਾ ਹੈ ਆਤਮਿਕ ਤਲ 'ਤੇ ਇਸ ਮਨੁੱਖ ਦੀ ਗੱਲ ਕਰਦੇ ਆ, ਉਦਾਹਰਨ ਸ਼ੇਰ ਦੀ। ਕਹਿੰਦੇ ਉਹ ਆ ਕੇ ਗਰਜਦਾ, ਕਿਹਨੂੰ ਸੁਣਾਏਗਾ ਵੀ, ਆਪਣੀ ਗਰਜ ਜਿੰਨੀ ਮਰਜ਼ੀ ਉੱਚੀ ਤੂੰ ਸੁਣਾ ਲੈ, ਖਸਮੈ ਮੂਲ ਨਾ ਭਾਵੈ, ਪਰਮਾਤਮਾ ਦੀ ਨਜ਼ਰ ਦੇ ਵਿੱਚ ਤੇਰੀ ਉਹ ਗਰਜ ਪ੍ਰਵਾਨ ਨਹੀਂ ਹੈ। ਕਹਿੰਦੇ ਇਸੇ ਤਰ੍ਹਾਂ ਹੀ ਉਹ ਸ਼ੇਰ ਦੀ ਨਿਆਈ ਦੂਜਿਆਂ ਦਾ ਮਾਸ ਨੋਚਣ ਵਾਲਾ, ਖਾ ਪੀ ਕੇ ਆਪਣੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਖਵਾਈ ਜਾਂਦਾ ਹੈ। ਸਾਹ ਮੁੱਕਿਆ ਅਤੇ ਸੰਸਾਰ ਤੂੰ ਚਲਾ ਗਿਆ, ਭਾਈ ਤੂੰ ਆਪਣੀ ਗਰਜ ਕੇ ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਮੈਂ ਵੱਡਾ, ਕਿਸ ਨੂੰ ਸੁਣਾ ਰਿਹਾ ਤੂੰ? ਤੇਰੇ ਵਰਗੇ ਦੀ ਗਰਜ ਪਰਮਾਤਮਾ ਦੀ ਨਜ਼ਰ ਦੇ ਵਿੱਚ ਖਸਮੈ ਮੂਲ ਨਾ ਭਾਵੈ, ਕੋਈ ਪ੍ਰਵਾਨਗੀ ਨਹੀਂ ਹੈ। ਲੇਕਿਨ ਗੁਰੂ ਸਾਹਿਬ ਉਸ ਮਿਸਾਲ ਦਿੰਦੇ, ਉਹਨੇ ਸ਼ੇਰ ਦੀ ਦਿੱਤੀ ਨਾ, ਹੁਣ ਛੋਟੇ ਜਿਹੇ ਪੰਛੀ ਦੀ ਦਿੰਦੇ ਆ। ਕਹਿੰਦੇ ਹੈ ਕਿ ਅੱਕ ਸਿਉ ਪ੍ਰੀਤ ਕਰੇ ਅੱਕ ਤਿੱਡਾ, ਅੱਕ ਡਾਲੀ ਬੈ ਖਾਏ, ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ। ਇੱਥੇ ਗੱਲ ਕਹੀ ਸੀ ਨਾ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਕਹਿੰਦੇ ਉਹ ਸ਼ੇਰ ਤੇ ਬਸ ਇਸ ਤਰ੍ਹਾਂ ਦਾ ਕੰਮ ਕਰਦਾ ਹੈ, ਲੇਕਿਨ ਉਸ ਦੇ ਨਾਲ ਇੱਕ ਛੋਟਾ ਜਿਹਾ ਇੱਕ ਅੱਕ ਤਿੱਡਾ, ਇੱਕ ਛੋਟਾ ਜਿਹਾ ਪੰਛੀ ਹੁੰਦਾ ਹੈ। ਇਹ ਅੱਕ ਦੇ ਬੂਟੇ ਲੱਗੇ ਹੁੰਦੇ ਨਾ, ਅੱਜ ਕੱਲ੍ਹ ਤਾਂ ਨਹੀਂ ਲੱਗਦੇ, ਪਿੰਡਾਂ ਥਾਵਾਂ ਵਿੱਚ ਲੱਗਦੇ ਹੈ। ਉਹ ਅੱਕ ਤਿੱਡਾ ਪੀਲੇ ਰੰਗ ਦਾ ਹੁੰਦਾ ਹੈ ਅਤੇ ਅੱਕ ਦੇ ਬੂਟੇ ਉੱਪਰ ਪੈਂਦਾ ਹੈ ਅਤੇ ਅੱਕ ਦੇ ਪੱਤੇ ਖਾਂਦਾ। ਉਹ ਤੁਸੀਂ ਦੇਖਿਆ ਹੋਣਾ, ਅੱਕ ਦੇ ਬੂਟੇ ਲੱਗੇ ਹੋਣ ਨਾ, ਅੱਕ ਦੇ ਪੱਤਿਆਂ ਵਿੱਚ ਕਈ ਵਾਰੀ ਸੁਰਾਖ ਹੁੰਦਾ, ਉਹ ਅੱਕ ਤਿੱਡਾ ਖਾ ਜਾਂਦਾ। ਕਹਿੰਦੇ ਉਸ ਸ਼ੇਰ ਨਾਲੋਂ
ਉਹ ਅੱਕ ਟੇਡਾ ਚੰਗਾ ਹੈ, ਜਿਹੜਾ ਬੜਾ ਨਿਮਾਣੇਪਣ ਦੇ ਵਿੱਚ ਹੈ, ਨਿਤਾਣੇਪਣ ਵਿੱਚ ਹੈ। ਬਸ ਉਸ ਅੱਕ ਦੇ ਬੂਟੇ ਉੱਪਰ ਬੈਠਦਾ, ਪੱਤੇ ਖਾਂਦਾ। ਕਹਿੰਦੇ ਖਸਮੇ ਭਾਵੈ ਉਹ ਚੰਗਾ, ਜੇ ਕਰੇ ਖੁਦਾਏ ਖੁਦਾਏ। ਕਹਿੰਦੇ ਬਸ ਉਸ ਮਨੁੱਖ ਨਾਲੋਂ ਜਿਹੜਾ ਸ਼ੇਰ ਦੀ ਨਿਆਈ ਦੂਜਿਆਂ ਦਾ ਹੱਕ ਮਾਰ ਕੇ ਖਾਈ ਜਾਂਦਾ, ਪਰਮਾਤਮਾ ਤੋਂ ਦੂਰ ਹੈ। ਕਹਿੰਦੇ ਉਹ ਜਿੰਨਾ ਮਰਜ਼ੀ ਗਰਜਦਾ ਰਹੇ ਸੰਸਾਰ ਦੇ ਵਿੱਚ ਕਿ ਮੈਂ ਵੱਡਾ ਹਾਂ, ਪਰਮਾਤਮਾ ਦੀ ਨਜ਼ਰ ਵਿੱਚ ਪ੍ਰਵਾਨਗੀ ਨਹੀਂ। ਲੇਕਿਨ ਉਸ ਦੇ ਬਰਾਬਰ ਇੱਕ ਜਿਹੜਾ ਇੱਕ ਅੱਕ ਟਿੱਡੇ ਦੀ ਨਿਆਈ ਛੋਟੀ ਸਮਰੱਥਾ ਰੱਖਣ ਵਾਲਾ ਬੰਦਾ ਹੈ। ਉਹ ਛੋਟਾ ਥੋੜ੍ਹਾ ਖਾ ਕੇ ਵੀ ਜੇ ਉਹ ਪਰਮਾਤਮਾ ਦੇ ਨਾਮ ਜਪਦਾ ਤੇ ਮਾਨੋ ਉਸ ਦੀ ਪ੍ਰਵਾਨਗੀ ਹੈ। ਗੁਰੂ ਸਾਹਿਬ ਨੇ ਇਹ ਮਿਸਾਲ ਸਾਨੂੰ ਦਿੱਤੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਨਾ, ਭਲੀ ਸੁਹਾਵੀ ਛਾਪਰੀ ਜਾਮੇ ਗੁਣ ਗਾਏ, ਕਿਤ ਹੀ ਕਾਮ ਨਾ ਤੌਲ ਹਰ, ਜਿਤ ਹਰ ਬਿਸਰਾਏ। ਕਹਿੰਦੇ ਕੋਈ ਛੱਪੜੀ ਵਿੱਚ ਰਹਿਣ ਵਾਲਾ, ਛਣ ਦੇ ਵਿੱਚ ਰਹਿਣ ਵਾਲਾ, ਝੁੱਗੀ ਵਿੱਚ ਰਹਿਣ ਵਾਲਾ ਚੰਗਾ ਹੈ ਜੇ ਉਹ ਪਰਮਾਤਮਾ ਦਾ ਨਾਮ ਜਪਦਾ। ਕਹਿੰਦੇ ਜਿਹੜੇ ਵੱਡੇ ਵੱਡੇ ਮਹਿਲਾਂ ਵਿੱਚ ਰਹਿਣ ਵਾਲੇ ਹੈ, ਕਿਤ ਹੀ ਕਾਮ ਨਾ ਤੌਲ ਹਰ। ਤੌਲ ਹਰ ਕਹਿੰਦੇ ਵੱਡੇ ਵੱਡੇ ਮਹਿਲ ਕਿਸੇ ਅਰਥ ਨਹੀਂ ਜੇ ਉਹਨਾਂ ਵਿੱਚ ਰਹਿਣ ਵਾਲਿਆਂ ਨੇ ਪਰਮਾਤਮਾ ਨੂੰ ਵਿਸਾਰਿਆ ਹੋਇਆ ਹੈ। ਇਹ ਗੁਰੂ ਸਾਹਿਬ ਨੇ ਅੱਜ ਦੀ ਇਸ ਪੌੜੀ ਵੀ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹੈ, ਉਸ ਦੀ ਸਿਫਤ ਸਲਾਹ ਕਰਦੇ ਹੈ, ਉਹ ਉਸ ਦਾ ਹੀ ਰੂਪ ਹੋ ਜਾਂਦੇ ਹੈ ਜਿਵੇਂ ਨਦੀਆਂ ਤੇ ਵਾਹ। ਤੇ ਜਿਹੜੇ ਸੰਸਾਰ ਦੇ ਅੰਦਰ ਉਸ ਨੂੰ ਵਿਸਾਰ ਦਿੰਦੇ ਹੈ, ਭਾਵੇਂ ਦੁਨੀਆ ਦਾ ਰਾਜ ਭਾਗ ਕਿਉਂ ਨਾ ਹੋਵੇ ਉਹਨਾਂ ਕੋਲ, ਵੱਡੇ ਵੱਡੇ ਰਾਜ ਭਾਗ ਮਾਣਨ ਵਾਲੇ ਹੋਣ, ਸੁਲਤਾਨ ਹੋਣ, ਖਾਨ ਹੋਣ, ਰਾਜੇ ਹੋਣ, ਕਹਿੰਦੇ ਹੈ ਜੇ ਉਹਨਾਂ ਨੇ ਪਰਮਾਤਮਾ ਨੂੰ ਵਿਸਾਰਿਆ ਹੋਇਆ ਤੇ ਉਹਨਾਂ ਦੀ ਸਮਰੱਥਾ ਉਸ ਛੋਟੇ ਜਿਹੇ ਨਿੱਕੀ ਜਿਹੀ ਸਮਰੱਥਾ ਰੱਖਣ ਵਾਲੇ ਮਨੁੱਖ ਦੇ ਬਰਾਬਰ ਵੀ ਨਹੀਂ ਜਿਹੜਾ ਪਰਮਾਤਮਾ ਦਾ ਨਾਮ ਜਪਦਾ। ਇਸ ਲਈ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸੰਸਾਰ ਦੇ ਅੰਦਰ ਵਿਚਰਦੇ ਹਾਂ। ਇਹ ਦੁਨੀਆ ਦੇ ਧਨ ਪਦਾਰਥ ਸਾਨੂੰ ਮਿਲੇ ਨੇ, ਇਹ ਗੁਜ਼ਰਾਨ ਵਾਸਤੇ ਮਿਲੇ ਨੇ। ਅਸੀਂ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦਾ ਨਾਮ ਜਪਦੇ ਰਹੀਏ। ਇਹ ਸਾਨੂੰ ਆਪਣੀ ਮੰਜ਼ਿਲ ਤੱਕ ਲੈ ਜਾ ਸਕਦੇ ਨੇ। ਜੇ ਅਸੀਂ ਜਿਵੇਂ ਹੁਣ ਗੱਡੀ ਰੱਖੀ ਹੈ, ਗੱਡੀ ਵਿੱਚ ਬੈਠ ਕੇ ਤੇ ਮੈਂ ਕਿਤੇ ਸਤਸੰਗਤ ਵੀ ਜਾ ਰਿਹਾ, ਕਿਤੇ ਕਥਾ ਕਰਨ ਜਾ ਰਿਹਾ, ਕਿਤੇ ਕੀਰਤਨ ਕਰਨ ਜਾ ਰਿਹਾ, ਕਿਤੇ ਚੰਗੇ ਪਾਸੇ ਜਾ ਰਿਹਾ, ਉਹ ਗੱਡੀ ਪ੍ਰਵਾਨ ਹੈ ਮੇਰੀ। ਤੇ ਜੇ ਮੈਂ ਗੱਡੀ ਵਿੱਚ ਬੈਠ ਕੇ ਤੇ ਸ਼ਾਮ ਨੂੰ 7 ਵਜੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਦੇ ਗਲਾਸ ਖੋਲੇ ਸ਼ਰਾਬ ਪੀਤੀ ਤੇ ਪ੍ਰਵਾਨਗੀ ਨਹੀਂ ਹੈ, ਭਾਵੇਂ 20 ਲੱਖ ਦੀ ਗੱਡੀ ਕਿਉਂ ਨਾ ਹੋਵੇ। ਤੇ ਜੇ ਮੇਰੇ ਕੋਲ ਛੋਟੀ ਜਿਹੀ ਗੱਡੀ ਹੈ 2 ਲੱਖ ਦੀ ਵੀ, ਉਹ ਵੀ ਪ੍ਰਵਾਨ ਹੈ। ਉਹ ਸਾਈਕਲ ਵੀ ਪ੍ਰਵਾਨ ਹੈ ਜਿਸ ਸਾਈਕਲ ਤੇ ਚੱਲ ਕੇ ਮੈਂ ਬੈਠ ਕੇ ਤੇ ਸਤਸੰਗਤ ਦੇ ਵਿੱਚ ਜਾ ਰਿਹਾ। ਇਹ ਗੁਰੂ ਸਾਹਿਬ ਨੇ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ। ਭਾਵੇਂ ਦੁਨਿਆਵੀ ਤਲ 'ਤੇ ਸਾਡਾ ਬਹੁਤਾ ਮਾਣ ਸਤਿਕਾਰ ਨਾ ਵੀ ਹੋਵੇ, ਖਾਣ ਪੀਣ ਪਹਿਨਣ ਵਧੀਆ ਨਾ ਵੀ ਹੋਵੇ, ਲੇਕਿਨ ਜੇ ਅਸੀਂ ਨਾਮ ਦੇ ਨਾਲ ਜੁੜੇ ਹੋਏ ਹਾਂ ਤੇ ਫਿਰ ਸਾਡੀ ਪ੍ਰਵਾਨਗੀ ਉਸ ਪਰਮਾਤਮਾ ਦੀ ਨਜ਼ਰ ਦੇ ਵਿੱਚ ਹੈ। ਅਸੀਂ ਸੱਚ ਤੱਕ ਪਹੁੰਚ ਸਕਦੇ ਹਾਂ। ਗੁਰੂ ਦੀ ਸ਼ਰਨ ਦੇ ਵਿੱਚ ਰਹੀਏ, ਗੁਰੂ ਤਾਂਘ ਅੰਦਰ ਪੈਦਾ ਕਰੇਗਾ। ਇਹ ਤਾਂਘ ਹੀ ਸਾਨੂੰ ਇਸ ਅੰਸ਼ ਨੂੰ ਉਸ ਅੰਸ਼ੀ ਤੱਕ ਲੈ ਜਾਏਗੀ। ਅਸੀਂ ਸਚਿਆਰ ਮਨੁੱਖ ਬਣ ਕੇ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਤੋਂ ਕੂਚ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਮ ਹੈ, ਜਿਸ ਦੀ ਥਾਂ ਅਸੀਂ ਪਾ ਨਹੀਂ ਸਕਦੇ, ਕਿਉਂਕਿ ਪਰਮਾਤਮਾ ਵੀ ਅਸੀਮ ਹੈ। ਲੇਕਿਨ ਤੁੱਛ ਬੁੱਧੀ ਅਨੁਸਾਰ ਤੁਹਾਡੇ ਸਨਮੁਖੇ ਵਿਚਾਰ ਰੱਖੀ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਮਾਗਮ ਚੱਲ ਰਹੇ ਨੇ। ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਜਿਹੜੇ ਕਿ ਇਕਾਗਰਤਾ ਦੇ ਨਾਲ ਇਸ ਵਿਚਾਰ ਨੂੰ ਸਰਵਣ ਕਰਦੇ ਹੋ। ਕੋਸ਼ਿਸ਼ ਕਰੀਏ ਵਿਚਾਰ ਨੂੰ ਜੀਵਨ ਦਾ ਆਧਾਰ ਬਣਾ ਲਈਏ। ਧੰਨਵਾਦ ਇੱਥੇ ਦੇ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਬਹੁਤ ਵੱਡਾ ਇਹ ਉਪਰਾਲਾ ਕੀਤਾ ਕਿ ਇਹ ਵਿਚਾਰ ਕਰਨ ਦਾ ਸਾਨੂੰ ਵੀ ਜਿੱਥੇ ਮੌਕਾ ਦਿੱਤਾ ਤੇ ਇੱਕ ਸਮਾਗਮ ਰਚਿਆ, ਤਾਂ ਕਿ ਜਿੱਥੇ ਅਸੀਂ ਇੱਕ ਦੂਜੇ ਨਾਲ ਰੂਬਰੂ ਹੁੰਦੇ ਹਾਂ, ਗੁਰੂ ਦੀ ਗੱਲ ਕਰਦੇ ਹਾਂ, ਗੁਰੂ ਦੀ ਗੱਲ ਸਾਡੇ ਜੀਵਨ ਦਾ ਆਧਾਰ ਬਣ ਜਾਏ। ਇਤਨੀ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।